ਚੇਤਿਆਂ 'ਚ ਬਾਣੀਆਂ ਦੇ ਵਾਕ ਜਿੰਦਾ ਰਹਿਣਗੇ, ਨਾਨਕ ਫਰੀਦ ਵਾਲੇ ਸਾਕ ਜਿੰਦਾ ਰਹਿਣਗੇ। ਕੌਣ ਕਹੇ ਵੰਡ ਤੋਂ ਲਾਹੌਰ ਮੁੱਕ ਜਾਂਦੇ ਨੇ, ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ। ਅਕੀਦਤ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਪਹਿਲੇ ਪੰਨੇ ਦੇ ਕੇ ਬਸ ਇਸ਼ਕ ਦਾ ਹੀ ਪਸਾਰਾ ਹੈ ਚੌਂ ਤਰਫ, ਫਿਰ ਉਹ ਵਰਿੰਦਾਵਨ ਹੋਵੇ ਜਾਂ ਝੰਗ, ਕੀ ਫਰਕ ਪੈਂਦਾ। ਮੈਨੂੰ ਲੱਗਦਾ ਹੁੰਦਾ ਵੀ ਜਦੋਂ ਇਸ਼ਕ ਸ਼ਬਦ ਆ ਜਾਂਦਾ ਤਾਂ ਸਾਰਾ ਕੁਝ ਉਹਦੇ ਵਿੱਚ ਹੀ ਸਮਾਇਆ ਜਾਂਦਾ, ਕਿਉਂਕਿ ਸ਼ੁਰੂਆਤ ਦੀ ਗੱਲ ਕਰਦੇ ਉਹ ਕਹਿੰਦੇ ਵੀ ਸਭ ਤੋਂ ਪਹਿਲਾਂ ਜੇ ਰੱਬ ਨੂੰ ਇਸ਼ਕ ਹੋਇਆ ਤਾਂ ਦੁਨੀਆ ਸਾਜੀ। ਮੈਨੂੰ ਕੱਲ੍ਹ ਕਿਸੇ ਦਾ ਫੋਨ ਆਇਆ ਸੀ, ਉਹਨਾਂ ਨੇ ਆਪਣੀ ਕੁੜੀ ਦਾ ਨਾਮ ਅਕੀਦਤ ਰੱਖਿਆ। ਅੱਛਾ, ਬੱਚੀ ਹੋਈ ਉਹਨਾਂ ਦੇ ਬੇਟੀ ਦਾ ਨਾਮ ਅਕੀਦਤ ਰੱਖਿਆ। ਬਸ ਇਹੀ ਆ ਜਿਹੜੀ ਕਮਾਈ ਹੁੰਦੀ ਆ। ਤਾਂ ਉੱਥੇ ਫਿਰ ਆ ਜਿਹੜੇ ਉਹ ਹੋ ਗਿਆ, ਤੁਸੀਂ ਕਿਸੇ ਵੱਡੇ ਚਿਹਰੇ ਤੋਂ ਉਹ ਕਰਵਾਉਣਾ, ਤਾਂ ਉਹ ਚੀਜ਼ਾਂ ਵੀ ਛੋਟੀਆਂ ਰਹਿ ਜਾਂਦੀਆਂ ਨੇ। ਹਾਲਾਂਕਿ ਜਿਹੜੀਆਂ ਹੁਣ ਅਵਾਰਡਸ ਦੀ ਗੱਲ ਕਰੀਏ, ਜੇ ਅਵਾਰਡਸ ਮਿਲਦੇ ਨੇ ਉਹ ਕਿਤਾਬਾਂ ਨੂੰ, ਤਾਂ ਉਹ ਲੇਖਕ ਦੇ ਉਮਰ ਤੋਂ ਵੀ ਘੱਟ ਹੁੰਦੀ ਆ ਕਿਤਾਬਾਂ ਦੀ ਉਮਰ। ਲੇਖਕ ਦੀ ਉਮਰ ਤੋਂ ਵੀ ਪਹਿਲਾਂ ਹੀ ਉਹ ਮਨ ਭੁੱਲ ਜਾਂਦੀਆਂ ਨੇ ਜਾਂ ਭੁਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਜੇ ਅਵਾਰਡ ਮਿਲਿਆ ਫਿਰ ਤਾਂ ਉਹ ਠਹਿਰ ਜਾਣੀ ਚਾਹੀਦੀ ਹੈ। ਫਿਰ ਇੱਥੇ ਤਾਂ ਇਹੀ ਹੋ ਸਕਦਾ ਕਿ ਅਵਾਰਡ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੇ। ਨਮਾਜ਼ ਵੀ ਪੜ੍ਹਦੇ ਹੋ ਤੁਸੀਂ, ਗੁਰਦੁਆਰਾ ਸਾਹਿਬ ਵੀ ਜਾਂਦੇ ਹੋ ਨਾ, ਤਾਂ ਉਹ ਦੋਨੇ ਰੰਗ ਜਿਹੜੇ ਮੈਨੂੰ ਇਸ ਕਿਤਾਬ 'ਚ ਦਿਸੇ ਜਦੋਂ ਮੈਂ ਇਸ ਕਿਤਾਬ ਨੂੰ ਪੜ੍ਹਿਆ। ਤਕਰੀਬਨ 1 ਸਾਲ ਇੱਦਾਂ ਹੀ ਲੰਘੀ ਗਿਆ ਵੀ ਕਿਹੜੀ ਚੀਜ਼ ਸ਼ਾਮਲ ਕਰੀ ਜਾਵੇ ਜਾਂ ਕਿਹੜੀ ਨਹੀਂ। ਇਹ ਚੀਜ਼ ਵੀ ਦੁਖਦਾਈ ਆ, ਤੁਹਾਨੂੰ ਲੱਗਦੀ ਆ? ਸਾਨੂੰ ਤਾਂ ਵੈਸੇ ਬਹੁਤ ਲੱਗਦੀ ਆ ਵੀ ਸਾਡੇ ਸਾਹਿਤਕਾਰ ਹੀ ਸਾਡੀ ਜਿਹੜੀ ਬੋਲੀ ਆ ਜਾਂ ਸਾਡੀ ਜਿਹੜੀ ਭਾਸ਼ਾ ਉਹਨੂੰ ਬਦਲ ਰਹੇ ਨੇ। ਅਸੀਂ ਆਪਣੀ ਸੌਖ ਲਈ ਇਹ ਚੀਜ਼ਾਂ ਕੱਢ ਲਈਆਂ ਕਿ ਸੌਖੀ ਚੀਜ਼ ਹੋਵੇ, ਕਿ ਕਵਿਤਾ ਨੂੰ ਵੀ ਅਸੀਂ ਆਪਣੇ ਅਨੁਸਾਰ ਬਦਲ ਲਿਆ। ਤੋਂ ਜ਼ਿਆਦਾ ਜਿਸ ਚੀਜ਼ ਨੂੰ ਨਿੰਦਿਆ ਜਾ ਰਿਹਾ ਇਸ ਵਕਤ ਉਹ ਖੁੱਲ੍ਹੀ ਕਵਿਤਾ ਹੀ ਆ। ਕਵਿਤਾ ਤਾਂ ਖੁਦ ਬ ਖੁਦ ਆਉਂਦੀ ਹੈ, ਜਿਵੇਂ ਦਰੱਖਤਾਂ ਨੂੰ ਪੱਤੇ ਆਉਂਦੇ ਨੇ। ਇਹਦੇ ਨਾਲ ਨਹੀਂ ਤੁਸੀਂ ਖਿਲਵਾੜ ਕਰ ਸਕਦੇ। ਸੁਣਿਆ ਤੇਰੀ ਵੰਗ ਛਣਕੇ ਤਾਂ ਮੌਨ ਟੁੱਟਣ ਅਸਮਾਨਾਂ ਦੇ, ਸੁਣਿਆ ਪੰਛੀ ਤੋਰ ਤੇਰੀ ਤੇ ਮਹਾਂਕਾਵ ਲਿਖ ਜਾਂਦੇ ਨੇ। ਇਹ ਵੀ ਸੁਣਿਆ ਸੰਗ ਤੇਰੀ ਤਾਂ ਡੂੰਘੀ ਸਾਗਰ ਵਰਗੀ ਹੈ, ਸੁਣਿਆ ਤੇਰੀ ਚੁੰਨੀ ਉੱਤੇ ਕੌਤਕ ਲੱਖਾਂ ਦਿਸ ਜਾਂਦੇ ਨੇ। ਇਹ ਖੂਬਸੂਰਤ ਕਵਿਤਾ ਲਿਖਣ ਵਾਲੇ ਨੇ ਨਵਾਬ ਖਾਨ, ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਦੇ ਪਿੰਡ ਸ਼ੇਰਪੁਰ ਤੋਂ ਨੇ। ਬਹੁਤ ਲੰਮੇ ਸਮੇਂ ਤੋਂ ਕਵਿਤਾ ਲਿਖਦੇ ਆ ਰਹੇ ਨੇ, ਪਰ ਇਸ ਸਮੇਂ ਉਹਨਾਂ ਦੀ ਪਹਿਲੀ ਕਿਤਾਬ ਅਕੀਦਤ ਆ ਜਿਹੜੀ ਉਹ ਪਾਠਕਾਂ ਦੀ ਝੋਲੀ ਪਈ ਹੈ। ਬਹੁਤ ਲੰਮੇ ਸਮੇਂ ਤੋਂ ਉਹਨਾਂ ਨੂੰ ਪਾਠਕ ਪੜ੍ਹਦੇ ਨੇ, ਮੁਸ਼ਾਇਰਿਆਂ ਦਾ ਉਹ ਹਿੱਸਾ ਰਹੇ ਨੇ। ਉਹਨਾਂ ਦੀ ਕਿਤਾਬ ਆਉਣ ਤੋਂ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੂੰ ਜਦੋਂ ਆਮ ਕਦੀ ਮਿਲੀਦਾ ਸੀ ਕਿ ਅਜੋਕੇ ਸਮੇਂ ਦੇ ਵਿੱਚ ਕੌਣ ਆ ਜਿਹੜਾ ਕਵਿਤਾ ਸੋਹਣੀ ਲਿਖ ਰਿਹਾ, ਤਾਂ ਉਹਨਾਂ ਦਾ ਨਾਂ ਹੈ ਜਿਹੜਾ ਲੋਕਾਂ ਦੇ ਬੁੱਲਾਂ ਉੱਪਰ ਆਮ ਹੀ ਹੁੰਦਾ ਸੀ। ਅੱਜ ਉਹਨਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਭੈਣ, ਬਹੁਤ ਬਹੁਤ ਸ਼ੁਕਰੀਆ ਸੋਹਣਾ ਸਬੱਬ ਬਣਾਉਣ ਲਈ ਚੈਨਲ ਦਾ ਤੇ ਤੁਹਾਡਾ। ਮੈਨੂੰ ਬਹੁਤ ਸਾਰੇ ਲੋਕ ਜਦੋਂ ਕਿਸੇ ਨਾਲ ਵੀ ਗੱਲ ਕਰੀਦੀ ਆ, ਹੈ ਨਾ, ਮੇਰੀ ਇੱਕ ਸਹੇਲੀ ਆ ਅਤੇ ਮੈਂ ਉਹਨੂੰ ਪੁੱਛਦੀ ਹੁੰਦੀ ਸੀ, ਉਹ ਵਾਰਤਕ ਲਿਖਦੀ ਆ ਕਿ ਤੂੰ ਕਵਿਤਾ ਪੜ੍ਹਦੀ ਆ, ਤਾਂ ਉਹਦਾ ਕਹਿਣਾ ਸੀ ਕਿ ਮੈਂ ਇੱਕ ਮੁੰਡੇ ਨੂੰ ਲੁਧਿਆਣੇ ਸੁਣਿਆ ਸੀ, ਨਵਾਬ ਖਾਨ ਨੂੰ, ਕਿ ਮੈਨੂੰ ਉਹਦੀ ਕਵਿਤਾ ਬਹੁਤ ਸੋਹਣੀ ਲੱਗਦੀ ਹੈ ਨਾ, ਮੈਨੂੰ ਉਡੀਕ ਵੀ ਆ ਵੀ ਜਦੋਂ ਉਹਨਾਂ ਦੀ ਕਿਤਾਬ ਆਵੇ ਤਾਂ ਮੈਂ ਕਵਿਤਾ ਉਹ ਪੜ੍ਹਨੀ ਚਾਹੂੰਗੀ। ਅਤੇ ਤੁਹਾਡੀ ਇਹ ਕਿਤਾਬ ਆ ਅਕੀਦਤ, ਹੈ ਨਾ, ਕਵਰ ਬਹੁਤ ਸੋਹਣਾ, ਨਾਂ ਬੜਾ ਸੋਹਣਾ ਹੈ। ਕਿਤਾਬ ਦਾ ਜਿਹੜਾ ਨਾਂ ਹੈ ਮੈਨੂੰ ਇਹਦਾ ਅਰਥ ਨਹੀਂ ਸਮਝ ਆਇਆ, ਅਤੇ ਜਦੋਂ ਮੈਂ ਗੂਗਲ ਕੀਤਾ ਤਾਂ ਉੱਥੇ ਵੀ ਨਹੀਂ ਸੀ, ਹੈ ਨਾ। ਤਾਂ ਮੈਂ ਚਾਹੁੰਦੀ ਹਾਂ ਪਹਿਲਾਂ ਇਹ ਨਾਂ ਦਾ ਮਤਲਬ ਕੀ ਆ, ਮਤਲਬ ਅਰਥ ਅਕੀਦਤ ਤੋਂ ਅਸੀਂ ਕੀ ਭਾਵ ਲਵਾਂਗੇ? ਅਕੀਦਤ ਦਾ ਮਤਲਬ ਹੁੰਦਾ ਸ਼ਰਧਾ ਜਾਂ ਵਿਸ਼ਵਾਸ ਜੀ। ਹਾਂਜੀ। ਕਿਉਂਕਿ ਸੰਪੂਰਨ ਕਾਵਿ ਅਤੇ ਜਿਹੜੀ ਅਕੀਦਤ ਦੀ ਸ਼ੈਲੀ ਸੀ, ਬੇਸ਼ੱਕ ਤੁਸੀਂ ਇਹਦੇ ਸਮਰਪਣ 'ਚ ਜਦੋਂ ਪੜ੍ਹੋਗੇ ਤਾਂ ਉੱਥੇ ਇੱਕ ਗੱਲ ਆਉਂਦੀ ਆ ਕਿ ਇਸ਼ਕ ਦੀ ਉਸ ਕੈਫੀਅਤ ਦੇ ਨਾਮ ਜਿੱਥੇ ਮਜਾਜੀ ਅਤੇ ਹਕੀਕੀ ਇੱਕੋ ਹੋ ਜਾਂਦਾ ਅਤੇ ਤੂੰ ਦੀ ਗੂੰਜ ਸੁਣਾਈ ਦਿੰਦੀ ਹੈ। ਮੈਨੂੰ ਲੱਗਿਆ ਕਿ ਸਮੁੱਚੀ ਜਿਹੜੀ ਕਵਿਤਾ ਹੈ, ਬੇਸ਼ੱਕ ਤੁਸੀਂ ਇਸ਼ਕ ਦੀ ਗੱਲ ਕਰਦੇ ਹੋ, ਮਜਾਜੀ ਦੀ ਜਾਂ ਹਕੀਕੀ ਦੀ, ਉਂਝ ਤਾਂ ਜਿਹੜੇ ਇਹ ਕੈਟਾਗਰੀਆਂ ਨੇ ਉਹ ਵੀ ਹੈ ਨਹੀਂ, ਮਜਾਜੀ ਅਤੇ ਹਕੀਕੀ ਵੀ ਕੈਟਾਗਰੀਆਂ ਆਪ ਬਣਾ ਲਈਆਂ ਸੀ ਨੇ, ਹੈਗਾ ਤਾਂ ਇਸ਼ਕ ਹੈ। ਅਤੇ ਮੈਨੂੰ ਲੱਗਿਆ ਵੀ ਸਮੁੱਚੇ ਤੌਰ 'ਤੇ ਇੱਕ ਜਿਹੜਾ ਸ਼ਬਦ ਢੁਕਦਾ ਹੈ ਅਕੀਦਤ, ਇੱਕ ਸ਼ਰਧਾ ਜਾਂ ਸਮਰਪਣ ਦੇ ਤੌਰ 'ਤੇ, ਉਹਦੇ ਲਈ ਢੁਕਵਾਂ ਸ਼ਬਦ ਮੈਨੂੰ ਅਕੀਦਤ ਲੱਗਿਆ। ਜਦੋਂ ਅਸੀਂ ਪਿਛਲੀ ਵਾਰ ਤੁਹਾਨੂੰ ਮਿਲੇ ਸੀਗੇ ਤਾਂ ਤੁਸੀਂ ਕਿਹਾ ਸੀਗਾ ਵੀ ਤੁਹਾਡੇ ਨਾਨਾ ਜੀ ਨੂੰ ਕਾਫੀਆਂ ਪੜ੍ਹਨ ਦਾ ਜਾਂ ਬਹੁਤ ਉਹਨਾਂ ਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਂਕ ਸੀਗਾ, ਹੈ ਨਾ। ਉਹਨਾਂ ਨੂੰ ਦੇਖ ਕੇ ਵੀ ਇੱਕ ਤਾਂ ਹੋ ਜਾਂਦਾ ਵੀ ਆਪਾਂ ਨੂੰ ਘਰ 'ਚ ਕੋਈ ਪੜ੍ਹ ਰਿਹਾ ਲਿਖ ਰਿਹਾ ਤਾਂ ਆਪਣੀ ਇੱਛਾ ਹੋ ਜਾਂਦੀ ਹੈ ਨਾ। ਵੈਸੇ ਤਾਂ ਆਪਾਂ ਜੋ ਲਿਖਦੇ ਹਾਂ ਉਹ ਸਾਡੇ ਅੰਦਰ ਹੀ ਹੁੰਦਾ। ਤਾਂ
ਕੱਲ ਕਿਤਾਬ ਦਾ ਜਦੋਂ ਪਹਿਲਾ ਪੇਜ ਮੈਂ ਖੋਲ੍ਹਿਆ ਤਾਂ ਮੈਨੂੰ ਪਹਿਲੇ ਪੰਨੇ ਤੋਂ ਪਤਾ ਲੱਗਿਆ ਵੀ ਤੁਹਾਡੇ ਅੱਬਾ ਦੁਨੀਆ ਤੇ ਨਹੀਂ ਹੈਗੇ ਹੈ ਨਾ। ਉਹਨਾਂ ਨੂੰ ਵੀ ਕੋਈ ਸ਼ੌਂਕ ਸੀਗਾ, ਤੁਹਾਡੀਆਂ ਕਵਿਤਾਵਾਂ ਪੜ੍ਹਦੇ ਸੀਗੇ ਉਹ? ਨਹੀਂ, ਉਹਨਾਂ ਨੂੰ ਸ਼ੌਂਕ ਤਾਂ ਨਹੀਂ ਸੀ, ਪਰ ਸੁਣਾ ਦਿੰਦੇ। ਜਿਵੇਂ ਆਪਣੇ ਘਰੇ ਮਾਹੌਲ ਹੁੰਦਾ ਇੱਕ ਉੱਦਾਂ ਦਾ, ਕਈ ਵਾਰ ਗੱਲ ਚੱਲਦੀ ਆ ਤਾਂ ਸੁਣਾ ਦੇਣੀ ਆ, ਉਹ ਚੀਜ਼ਾਂ ਰਹਿੰਦੀਆਂ ਸੀ। ਆਂਟੀ ਨੂੰ ਬਹੁਤ ਸ਼ੌਂਕ ਹੈ? ਹਾਂਜੀ ਹਾਂਜੀ, ਉਹਨਾਂ ਨੂੰ ਤਕਰੀਬਨ ਮੈਂ ਸਾਰੀਆਂ ਅਕੀਦਤ ਦੀਆਂ ਸੁਣਾਈਆਂ ਵੀ। ਉਹ ਜਦੋਂ ਅਸੀਂ ਉਹਨਾਂ ਨੂੰ ਮਿਲੇ ਸੀ ਨਾ, ਉਹ ਮੈਨੂੰ ਲੱਗਦਾ ਹਰ ਗੱਲ 'ਚ ਤੁਹਾਨੂੰ ਦੁਆ ਦੇ ਰਹੇ ਸੀ ਹੈ ਨਾ, ਵੀ ਉਹਨਾਂ ਨੂੰ ਸੀਗਾ ਵੀ ਇੱਕ ਦਿਨ ਇਹਦੀ ਕਿਤਾਬ ਆਵੇ, ਇੱਕ ਸੁਪਨਾ ਹੈ ਨਵਾਬ ਦਾ ਵੀ ਉਹ ਕਿਤਾਬ ਆਵੇ। ਜਦੋਂ ਗੱਲ ਕੀਤੀ ਸੀਗੀ ਪਿਛਲੇ ਦਸੰਬਰ 'ਚ ਆਪਾਂ ਮਿਲੇ ਸੀ, ਉਦੋਂ ਤੁਸੀਂ ਕਿਹਾ ਸੀਗਾ ਵੀ ਕਿਤਾਬ, ਮੈਂ ਤੁਹਾਨੂੰ ਪੁੱਛਿਆ ਸੀ ਵੀ ਲਿਖਣੀ ਕਿਉਂ ਜ਼ਰੂਰੀ ਆ, ਤੁਹਾਨੂੰ ਤਾਂ ਵੈਸੇ ਹੀ ਬਹੁਤ ਲੋਕ ਪੜ੍ਹਦੇ ਨੇ, ਤਾਂ ਤੁਸੀਂ ਕਿਹਾ ਸੀ ਵੀ ਕਿਤਾਬ ਤੋਂ ਬਿਨਾਂ ਲੋਕ ਤੁਹਾਨੂੰ ਲੇਖਕ ਨਹੀਂ ਮੰਨਦੇ ਹੈ ਨਾ। ਅਤੇ 6 ਮਹੀਨੇ ਦਾ ਅਰਸਾ ਹੋਇਆ ਉਸ ਚੀਜ਼ ਨੂੰ, ਅਤੇ ਹੁਣ ਤੁਹਾਡੀ ਕਿਤਾਬ ਆਈ ਆ। ਕੀ ਸੋਚਿਆ ਇਹਨੂੰ ਲਿਖਣ ਤੋਂ ਪਹਿਲਾਂ, ਜਾਂ ਕਿਵੇਂ ਦੀ ਉਹ ਤਿਆਰੀ ਸੀ ਸਾਰੀ? ਕੀ ਸੋਚਿਆ ਵੀ ਕਿਹੜਾ ਵਿਸ਼ਾ ਲੈ ਕੇ ਆਉਣਾ, ਕਿਵੇਂ ਦੀਆਂ ਇਹਦੇ 'ਚ ਲਿਖਤਾਂ ਪਾਉਣੀਆਂ ਨੇ, ਉਹ ਸਾਰਾ ਜਿਹੜਾ ਟਾਈਮ ਆ, ਕਿੰਨਾ ਟਾਈਮ ਲੱਗ ਗਿਆ ਇਸ ਚੀਜ਼ ਨੂੰ? ਇਹ ਤਕਰੀਬਨ ਪਿਛਲੇ 4 ਸਾਲ ਦੇ ਜੋ ਵੀ ਸਮੇਂ-ਸਮੇਂ ਦੀ ਚੀਜ਼ਾਂ ਲਿਖੀਆਂ ਗਈਆਂ, ਉਹਦਾ ਇੱਕ ਸੰਗ੍ਰਹਿ ਆ। ਅਤੇ ਸਮੇਂ-ਸਮੇਂ 'ਤੇ ਪਬਲੀਕੇਸ਼ਨਾਂ ਦੇ ਵੀ ਫੋਨ ਆਉਂਦੇ ਰਹੇ, 2 ਸਾਲ ਪਹਿਲਾਂ ਵੀ ਤਕਰੀਬਨ ਕਾਫੀਆਂ ਦੇ ਕਿਤਾਬ ਉਹਦੇ ਲਈ। ਪਰ ਮੈਨੂੰ ਲੱਗਦਾ ਸੀ ਵੀ ਇੱਕ ਜਦੋਂ ਤੁਹਾਨੂੰ ਆਪਣੇ ਆਪ ਨੂੰ ਸੰਤੁਸ਼ਟੀ ਹੋ ਗਈ, ਜਾਂ ਦੋਸਤ ਮਿੱਤਰ ਵੀ ਕਹੀ ਜਾਂਦੇ ਹੁੰਦੇ ਸਾਰਾ ਕੁਝ, ਪਰ ਇੱਕ ਹੁੰਦੀ ਆ ਤੁਹਾਨੂੰ ਆਪਣੇ ਆਪ ਨੂੰ ਜਦੋਂ ਦਿਲ ਕਹਿੰਦਾ, ਅੰਦਰੋਂ ਆਵਾਜ਼ ਆਉਂਦੀ ਹੈ ਵੀ ਹੁਣ ਇੱਕ ਰੂਪ ਆਕਾਰ ਜਿਹਾ ਦੇ ਦੇਣਾ ਚਾਹੀਦਾ ਇਹਨੂੰ। ਤਾਂ ਹੁਣ ਮੈਨੂੰ ਲੱਗਿਆ ਸੀ, ਪਹਿਲਾਂ ਜੋ ਵੀ ਆਉਂਦੇ ਰਿਹਾ ਉਦੋਂ ਮੈਨੂੰ ਸੰਤੁਸ਼ਟੀ ਨਹੀਂ ਸੀ ਵੀ ਹਾਲੇ ਹੋਰ ਵੀ ਸੋਹਣਾ ਹੋ ਸਕਦਾ, ਸੋਹਣਾ ਤਕਰੀਬਨ ਸਬੱਬ ਬਣਨਾ ਹੁੰਦਾ ਕੋਈ, ਤਾਂ ਹੁਣ ਇੱਕ ਸਬੱਬ ਜਿਹਾ ਬਣਿਆ, ਮੈਨੂੰ ਲੱਗਦਾ ਸੀ ਵੀ ਹੁਣ ਕਰ ਦੇਣਾ ਚਾਹੀਦਾ। ਮੈਨੂੰ ਲੱਗਦਾ ਹੁੰਦਾ ਵੀ ਜਦੋਂ ਆਪਾਂ ਬਹੁਤ ਜ਼ਿਆਦਾ ਪੜ੍ਹਦੇ ਹਾਂ ਤਾਂ ਆਪਾਂ ਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਵੀ ਮੈਂ ਸ਼ਾਇਦ ਇੰਨਾ ਸੋਹਣਾ ਨਹੀਂ ਲਿਖ ਸਕਦਾ, ਜਾਂ ਮੈਂ ਹਲੇ ਕਿਤਾਬ ਨਹੀਂ ਕਰ ਸਕਦਾ। ਜਿਹੜੇ ਲੋਕ ਸਾਹਿਤ ਨੂੰ ਸਮਝਦੇ ਨੇ ਅਸਲ 'ਚ, ਅਤੇ ਤੁਹਾਡੇ ਨਾਲ ਵੀ ਇਹ ਚੀਜ਼ਾਂ ਵਾਪਰਦੀਆਂ, ਜਿਵੇਂ ਤੁਸੀਂ ਕਿਹਾ ਵੀ 4 ਸਾਲ ਦਾ ਸਮਾਂ ਲੱਗਿਆ ਇਸ ਚੀਜ਼ ਨੂੰ, ਵੀ ਨਹੀਂ ਆਹ ਇੰਨੀ ਸੋਹਣੀ ਨਹੀਂ ਹੈਗੀ, ਇਸ ਤੋਂ ਸੋਹਣੀ ਲਿਖਾਂ ਫਿਰ ਉਹਨੂੰ ਕਿਤਾਬ 'ਚ ਪਾਊਂਗਾ, ਜਾਂ ਇੱਦਾਂ ਦੀ ਕੋਈ ਜਿਹੜੀ ਕੱਟ ਵੱਢ ਆ ਉਹ ਤੁਸੀਂ ਵੀ ਕਰਦੇ ਹੋ? ਤੁਹਾਡੇ ਨਾਲ ਇਹ ਚੀਜ਼ਾਂ ਵਾਪਰਦੀਆਂ ਨੇ? ਹਾਂਜੀ, ਕਿਤਾਬ ਦੇ ਟਾਈਮ 'ਤੇ, ਕਿਤਾਬ ਤੋਂ ਪਹਿਲਾਂ ਵੀ ਜੋ ਚੀਜ਼ਾਂ ਸੀ, ਕੁਝ ਚੀਜ਼ਾਂ ਸ਼ਾਮਲ ਕਰੀਆਂ ਅਤੇ ਫਿਰ ਕੱਢ ਦਿੱਤੀਆਂ। ਉਹ ਤਕਰੀਬਨ ਮੈਨੂੰ 1 ਸਾਲ ਇੱਦਾਂ ਹੀ ਲੰਘੀ ਗਿਆ ਵੀ ਕਿਹੜੀ ਚੀਜ਼ ਸ਼ਾਮਲ ਕਰੀ ਜਾਵੇ ਜਾਂ ਕਿਹੜੀ ਨਹੀਂ। ਹੌਲੀ ਹੌਲੀ ਲੱਗਿਆ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਖਾਸ ਤੁਹਾਡੇ ਮਨ ਨੂੰ ਪਸੰਦ ਆਉਂਦੀਆਂ ਨੇ, ਕਿਉਂਕਿ ਸਮਾਂ ਇਹ ਤੁਹਾਡਾ ਮਾਨਸਿਕ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ ਸਮੇਂ ਅਨੁਸਾਰ। ਇੱਕ ਸਮੇਂ ਤੁਸੀਂ ਕੁਝ ਹੋਰ ਲਿਖ ਰਹੇ ਹੋ, ਪਰ ਇੱਕ ਅਵਸਥਾ ਆਉਂਦੀ ਹੈ ਕੁਝ ਹੋਰ ਲਿਖਦੇ ਹੋ, ਇੰਪਰੂਵਮੈਂਟ ਹੋਈ ਜਾਂਦੀ ਆ ਸਮੇਂ ਅਨੁਸਾਰ। ਤਾਂ ਕੁਝ ਚੀਜ਼ਾਂ ਸੀ ਮੈਂ ਕੱਢੀਆਂ, ਕਾਂਟ ਛਾਂਟ ਇਹਦੀ ਕਰੀ, ਉਹਦੇ 'ਤੇ ਹੀ ਮਨ ਦੀ ਇੱਕ ਜੱਦੋ-ਜਹਿਦ ਹੁੰਦੀ ਹੈ। ਮੈਨੂੰ ਲੱਗਦਾ ਕਿਤਾਬ ਲਿਖਣ ਨਾਲੋਂ ਵੱਡਾ ਕਾਰਜ ਉਹ ਹੈ। ਕਿਤਾਬ ਜਦੋਂ ਇੱਕ ਰੂਪ ਆਕਾਰ ਬਣ ਕੇ ਸਾਹਮਣੇ ਆ ਗਈ ਉਹ ਤਾਂ ਵੱਖਰੀ ਗੱਲ ਹੈ, ਪਰ ਵੱਡੀ ਗੱਲ ਉਹ ਹੁੰਦੀ ਹੈ ਵੀ ਤੁਸੀਂ ਜਦੋਂ ਇੱਕ ਜੱਦੋ-ਜਹਿਦ ਜਿਹਦੇ ਵਿੱਚ ਚੱਲਦੇ ਹੁੰਦੇ ਵੀ ਕਿਹੜੀ ਚੀਜ਼ ਸ਼ਾਮਿਲ ਕਰੀ ਜਾਵੇ ਜਾਂ ਕੱਢੀ ਜਾਵੇ, ਉਹ ਵੀ ਇੱਕ ਮਾਨਸਿਕ ਤੁਹਾਨੂੰ ਇੱਕ ਟਿਕਾ ਜਿਹਾ ਬਣਾਉਣਾ ਪੈਂਦਾ। ਅਸੀਂ ਨਾ ਅਕਸਰ ਗੱਲ ਕਰਦੇ ਹੁੰਦੇ ਹਾਂ ਵੀ ਕਈ ਵਾਰੀ ਅਸੀਂ ਵੀ ਜਾਣੇ ਅਣਜਾਣੇ 'ਚ ਪੰਜਾਬੀ ਭਾਸ਼ਾ ਦੇ ਸ਼ਬਦ ਨੇ ਜਿਹੜੇ ਉਹਨਾਂ ਨੂੰ ਹੋਰ ਚੀਜ਼ਾਂ ਨਾਲ ਰਿਪਲੇਸ ਕਰੀ ਜਾਂਦੇ ਹਾਂ ਨਾ। ਤਾਂ ਜਿਵੇਂ ਅੱਜ ਹੀ ਅਸੀਂ ਜਦੋਂ ਬੈਠੇ ਸੀ, ਮੈਂ ਗੱਲ ਕਰ ਰਹੀ ਸੀ ਵੀ ਬਹੁਤ ਘੱਟ ਕਿਤੇ ਪੜ੍ਹਦੇ ਹਾਂ ਆਪਾਂ ਵੀ ਅੱਜ ਕੱਲ੍ਹ ਥਾਲ ਜਾਂ ਥਾਲੀ ਲਿਖਿਆ ਹੋਵੇ, ਪਲੇਟ ਇੱਕ ਆਮ ਕਾਮਨ ਚੀਜ਼ ਹੋ ਗਈ ਹੈ ਨਾ। ਤਾਂ ਇੱਦਾਂ ਦੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਸਾਨੂੰ ਸਾਡੇ ਸਾਹਿਤ ਦੇ ਵਿੱਚੋਂ ਹੀ ਮਿਲੀ ਜਾ ਰਹੇ ਨੇ, ਜਿਹੜੇ ਸਾਨੂੰ ਲੱਗਦਾ ਵੀ ਸਾਡੇ ਨੇ। ਤਾਂ ਇਹ ਚੀਜ਼ਾਂ ਜਿਹੜੀਆਂ ਤੁਹਾਡੀ ਮੈਂ ਕਵਿਤਾਵਾਂ 'ਚ ਪੜ੍ਹਦੀ ਹਾਂ, ਉਹ ਇਹੋ ਜਿਹੇ ਸ਼ਬਦ ਨੇ ਵੀ ਜਿਹੜੇ ਮੈਨੂੰ ਲੱਗਦਾ ਹੁੰਦਾ ਵੀ ਮੈਂ ਕਦੀ ਸੁਣੇ ਹੀ ਨਹੀਂ ਹੈ ਨਾ। ਤਾਂ ਇਹ ਚੀਜ਼ ਵੀ ਦੁਖਦਾਈ ਆ, ਤੁਹਾਨੂੰ ਲੱਗਦੀ ਹੈ? ਸਾਨੂੰ ਤਾਂ ਵੈਸੇ ਬਹੁਤ ਲੱਗਦੀ ਆ ਵੀ ਸਾਡੇ ਸਾਹਿਤਕਾਰ ਹੀ ਸਾਡੀ ਜਿਹੜੀ ਬੋਲੀ ਆ ਜਾਂ ਸਾਡੀ ਜਿਹੜੀ ਭਾਸ਼ਾ ਉਹਨੂੰ ਬਦਲ ਰਹੇ ਨੇ। ਹਾਂਜੀ, ਇਹ ਆ ਕਿ ਕਿਤਾਬਾਂ ਦਾ ਮਿਆਰ ਆ ਜਿਹੜਾ, ਜਾਂ ਪਾਠਕਾਂ ਦਾ ਟੇਸਟ ਬਦਲਤਾ ਉਹਨਾਂ ਨੇ। ਉਹ ਇੰਨੀਆਂ ਹਲਕੇ ਲੈਵਲ ਦੀਆਂ ਇੱਕ ਚੀਜ਼ਾਂ ਹੀ ਆਈ ਜਾਂਦੀਆਂ ਸਾਹਮਣੇ ਕਿ ਜਦੋਂ ਕੋਈ ਸੋਹਣੀ ਜਿਹੀ ਇੱਕ ਚੀਜ਼ ਹੁੰਦੀ ਆ ਤਾਂ ਉਹ ਸ਼ਬਦ ਉਹਨਾਂ ਨੂੰ ਵੱਡੇ ਲੱਗਣ ਲੱਗ ਜਾਂਦੇ ਆ। ਹਾਲਾਂਕਿ ਸ਼ਬਦ ਉਹ ਆਪਣੇ ਭੁੱਲੇ ਵਿਸਰੇ, ਤਕਰੀਬਨ ਆਪਾਂ ਉਹਨਾਂ ਤੋਂ ਦੂਰ ਵਾਲਾ ਚਲੇ ਜਾਂਦੇ ਆ ਤਾਂ ਵੱਡੇ ਲੱਗਣ ਲੱਗ ਜਾਂਦੇ ਆ। ਜ਼ਰੂਰੀ ਆ, ਲਾਜ਼ਮੀ ਕਿ ਉਹ ਠੇਠ ਇੱਕ ਮਾਲਵੀ ਜਿਵੇਂ ਬੋਲੀ, ਉਪ ਬੋਲੀਆਂ ਨੇ, ਉਹ ਲਾਜ਼ਮੀ ਆ। ਮੇਰੇ 'ਤੇ ਵੀ ਉਹ ਚੀਜ਼ਾਂ ਦਾ ਅਸਰ ਆ, ਜਿਵੇਂ ਮਲਵਈ ਦਾ, ਉਹ ਚੀਜ਼ਾਂ ਗਾਹੇ ਬਗਾਹੇ ਆਪ ਮੁਹਾਰੇ ਤੁਹਾਡੀ ਕਿਰਤ 'ਚ ਆ ਜਾਂਦੀਆਂ ਨੇ। ਪਰ ਜੇ ਤੁਸੀਂ ਸੋਚ ਕੇ ਕਰੋਗੇ ਵੀ ਆਹ ਸ਼ਬਦ ਨਹੀਂ ਉਹ ਕਰਨੇ, ਤਾਂ ਉਹ ਖਿਲਵਾੜ ਹੁੰਦਾ ਕਵਿਤਾ ਨਾਲ। ਮੈਨੂੰ ਲੱਗਦਾ ਹੁੰਦਾ ਵੀ ਜੋ ਆਪ ਮੁਹਾਰੇ ਇੱਕ ਕਵਿਤਾ ਦੇ ਵਿੱਚ ਆ ਰਿਹਾ, ਕਵਿਤਾ ਸ਼ਬਦ ਵਹਾ ਅਤੇ ਰਵਾਨੀ ਨਾਲ ਹੀ ਲੈ ਕੇ ਆਉਂਦੀ ਆ। ਤਾਂ ਤੁਸੀਂ ਜੇ ਉੱਦਾਂ ਦਾ ਕੰਮ ਜਿਹਾ ਕਰਦੇ ਹੋ ਵੀ ਅਸੀਂ ਪਾਠਕਾਂ ਦੇ ਉਹਦੇ ਅਨੁਸਾਰ ਇੱਕ ਹਲਕੀ ਚੀਜ਼ ਪਰੋਸੀ ਆ ਵੀ ਜਿਹੜੀ ਸਮਝ ਆਵੇ, ਕਵਿਤਾ ਦਾ ਤਾਂ ਇਹੀ ਆ ਕਿ ਆਨੰਦ ਵੱਡੀ ਚੀਜ਼ ਹੁੰਦੀ ਆ ਕਵਿਤਾ 'ਚ। ਗੁਰਬਾਣੀ ਦੀ ਕੋਈ ਪੰਕਤੀ ਆ, ਹਾਲਾਂਕਿ ਤੁਸੀਂ ਕਾਵਿ 'ਚ ਨਹੀਂ ਰੱਖਦੇ ਉਹਨਾਂ ਨੂੰ, ਪਰ ਉਹ ਸਮਝ ਨਾ ਵੀ ਆ ਰਹੀ ਹੋਏ ਪਰ ਆਨੰਦ ਆ ਰਿਹਾ ਹੁੰਦਾ ਇੱਕ।
ਅਸੀਂ ਆਪਣੀ ਸੌਖ ਲਈ ਇਹ ਚੀਜ਼ਾਂ ਕੱਢ ਲਈਆਂ ਕਿ ਸੌਖੀ ਚੀਜ਼ ਹੋਵੇ, ਕਿ ਕਵਿਤਾ ਨੂੰ ਵੀ ਅਸੀਂ ਆਪਣੇ ਅਨੁਸਾਰ ਬਦਲ ਲਿਆ। ਸ਼ਾਇਦ ਸੌਖੀ ਕਰਨ ਦੇ ਚੱਕਰ 'ਚ ਹੀ ਅਸੀਂ ਵਾਰਤਕ ਨੂੰ ਖੁੱਲੀ ਕਵਿਤਾ ਬਣਾ ਲਿਆ। ਹਾਂਜੀ ਹਾਂਜੀ, ਵਾਰਤਕ ਤੇ ਤੁਸੀਂ ਦੇਖਦੇ ਹੋ ਕਈ ਚੀਜ਼ਾਂ ਨੇ ਕਿ ਵਾਰਤਕ ਤੇ ਕਵਿਤਾ ਦੇ ਵਿੱਚ ਅੰਤਰ ਕਰਨਾ ਤੁਹਾਨੂੰ ਔਖਾ ਹੋ ਜਾਂਦਾ। ਕਈ ਵਾਰ ਇਦਾਂ ਲੱਗਦਾ ਹੁੰਦਾ ਜਿਵੇਂ ਵਾਰਤਕ ਨੂੰ ਸਤਰਾਂ 'ਚ ਲਿਖਿਆ ਹੋਵੇ, ਹਾਲਾਂਕਿ ਖੁੱਲੀ ਕਵਿਤਾ ਦੇ ਵਿੱਚ ਵੀ ਇੱਕ ਲੈ ਬਹਾ ਤੇ ਰਵਾਨੀ ਚੱਲਦੀ ਹੁੰਦੀ ਆ। ਤਾਂ ਹੀ ਪ੍ਰੋਫੈਸਰ ਪੂਰਨ ਸਿੰਘ ਨੂੰ ਤੁਸੀਂ ਵੇਖ ਸਕਦੇ ਹੋ। ਬਿਲਕੁਲ, ਤਾਂ ਹੀ ਬਹੁਤ ਜ਼ਿਆਦਾ ਮੈਨੂੰ ਲੱਗਦਾ ਜਿਹੜਾ ਸਭ ਤੋਂ ਜ਼ਿਆਦਾ ਜਿਸ ਚੀਜ਼ ਨੂੰ ਨਿੰਦਿਆ ਜਾ ਰਿਹਾ ਇਸ ਵਕਤ ਉਹ ਖੁੱਲੀ ਕਵਿਤਾ ਹੀ ਆ। ਹਾਂਜੀ, ਕਿਉਂਕਿ ਕੁਝ ਚੀਜ਼ਾਂ ਆਈਆਂ ਇਦਾਂ ਦੀਆਂ ਪਿਛਲੇ ਸਮੇਂ 'ਚ, ਜਾਂ ਕੁਝ ਵਰਤਾਰੇ ਇਦਾਂ ਦੇ ਵਾਪਰੀ ਜਾਂਦੇ ਆ ਕਿ ਹਰ ਇੱਕ ਬੰਦੇ ਨੂੰ ਭਰਮ ਜਿਹਾ ਹੋ ਜਾਂਦਾ ਵੀ ਆਪਣੇ ਕਵੀ ਹੋਣ ਦਾ। ਫਿਰ ਤਾਂ ਉਹ ਚੀਜ਼ਾਂ ਜਦੋਂ ਪੜ੍ਹਾਂਗੇ ਤਾਂ ਇਹ ਵੀ ਹੁੰਦਾ ਕਿ ਮੈਂ ਵੀ ਲਿਖ ਸਕਦਾ। ਹਾਲਾਂਕਿ ਇਹ ਤਾਂ ਇੱਕ ਬਹੁਤ ਸੁੱਚਮ ਜਿਹਾ ਇੱਕ ਬਖਸ਼ਿਸ਼ ਜੀ ਵਾਲਾ ਵਰਤਾਰਾ ਮੰਨ ਸਕਦੇ ਹੋ ਤੁਸੀਂ। ਇਹਦੇ ਨਾਲ ਕਵਿਤਾ ਤਾਂ ਖੁਦ ਬ ਖੁਦ ਆਉਂਦੀ ਹੈ, ਜਿਵੇਂ ਦਰਖਤਾਂ ਨੂੰ ਪੱਤੇ ਆਉਂਦੇ ਨੇ। ਇਹਦੇ ਨਾਲ ਨਹੀਂ ਤੁਸੀਂ ਖਿਲਵਾੜ ਕਰ ਸਕਦੇ। ਮੈਂ ਇਹੀ ਚੀਜ਼ ਪੁੱਛਣਾ ਚਾਹੁੰਦੀ ਸੀ, ਇਸ ਕਿਤਾਬ ਦੇ ਵਿੱਚ ਹੀ ਤੁਸੀਂ ਲਿਖਿਆ ਹੋਇਆ ਵੀ ਕਵਿਤਾ ਅਸਲ 'ਚ ਉਹ ਹੁੰਦੀ ਹੈ ਜਿਹੜੀ ਉੱਪਰੋਂ ਉਤਰਦੀ ਆ, ਹੈ ਨਾ। ਤੁਸੀਂ ਬੈਠ ਕੇ ਸੋਚ ਨਹੀਂ ਸਕਦੇ ਵੀ ਮੈਂ ਹੁਣ ਬੈਠਾਂ ਤਾਂ ਮੈਂ ਕਵਿਤਾ ਲਿਖ ਲੂੰਗਾ। ਉਹ ਤੁਹਾਨੂੰ ਉੱਪਰੋਂ ਆਉਣੀ ਆ। ਜਿਵੇਂ ਆਪਾਂ ਕਹਿੰਦੇ ਆ ਵੀ ਲਿਖਤ ਬਸ ਔੜਦੀ ਹੁੰਦੀ ਆ ਹਮੇਸ਼ਾ, ਉਹਨੂੰ ਬਣਾਇਆ ਨਹੀਂ ਜਾ ਸਕਦਾ। ਬਿਲਕੁਲ ਬਿਲਕੁਲ। ਤਾਂ ਤੁਹਾਡੇ ਨਾਲ ਤਾਂ ਜਦੋਂ ਤੁਹਾਡੀ ਗੱਲਾਂ ਵੀ ਸੁਣਦੇ ਹਾਂ ਤਾਂ ਹੀ ਲੱਗਦਾ ਵੀ ਅਸੀਂ ਕਿਤੇ ਹੋਰ ਫਿਰ ਰਹੇ ਹਾਂ, ਨਵਾਬ ਕਿਸੇ ਹੋਰ ਦੁਨੀਆ 'ਚ ਆ, ਕਿਸੇ ਹੋਰ ਆਨੰਦਿਤ ਦੁਨੀਆ ਦੇ ਵਿੱਚ ਆ। ਤਾਂ ਤੁਸੀਂ ਇੱਦਾਂ ਹੀ ਕਵਿਤਾ ਲਿਖਦੇ ਹੋ ਵੀ ਜਦੋਂ ਔੜਦੀ ਆ ਉਦੋਂ ਹੀ ਵੀ ਹੁਣ ਕਵਿਤਾ ਮੈਂ ਲਿਖ ਸਕਦਾ? ਹਾਂਜੀ ਹਾਂਜੀ, ਤਕਰੀਬਨ ਮੇਰਾ ਉਹੀ ਹੁੰਦਾ। ਕਵਿਤਾ ਨਾਲ ਵੀ ਤੁਸੀਂ ਸ਼ਬਦਾਂ ਨਾਲ ਖਿਲਵਾੜ ਜਾਂ ਨਾ ਕਰਿਆ ਜਾਵੇ, ਕਿਉਂਕਿ ਇੱਕ ਜੋ ਆਪਣੇ ਆਪ ਦੇ ਆਮਦ ਦੇ ਤੌਰ 'ਤੇ ਕਹਿ ਸਕਦੇ ਹੋ, ਜਾਂ ਉਹ ਚੀਜ਼ ਆਉਂਦੀ ਉਹ ਪਰਿਪੱਕ ਵੀ ਹੋਊਗੀ ਅਤੇ ਕਮਾਲ ਵੀ ਹੋਊਗੀ। ਸ਼ਬਦਾਂ ਨਾਲ ਤੁਸੀਂ ਬੈਠ ਕੇ, ਕਿਉਂਕਿ ਸ਼ਬਦਾਂ ਜਾਂ ਮਾਤਰਾਵਾਂ ਦਾ ਤੁਹਾਨੂੰ ਇਲਮ ਹੁੰਦਾ, ਤੁਸੀਂ ਇਹ ਵੀ ਕਰ ਸਕਦੇ ਹੋ ਕਿ ਜੋੜ ਤੋੜ ਕਰਕੇ ਕੁਝ ਲਿਖ ਲਓ। ਪਰ ਉਹਦੇ ਨਾਲੋਂ ਜੋ ਆਪਣੇ ਆਪ ਚੀਜ਼ ਆਈ ਹੈ ਅਤੇ ਤੁਸੀਂ ਇੱਕ ਮਿਹਨਤ ਉਹ ਕਰਕੇ ਲਿਖੀ, ਤਰੱਦਦ ਕਰਕੇ, ਉਹਦੇ 'ਚ ਬਹੁਤ ਜ਼ਿਆਦਾ ਫਰਕ ਹੋਊਗਾ। ਮੈਨੂੰ ਲੱਗਦਾ ਤੁਸੀਂ ਬਹੁਤ ਜ਼ਿਆਦਾ ਪੜ੍ਹਦੇ ਹੋ ਨਾ। ਜਦੋਂ ਆਪਾਂ ਬਹੁਤ ਜ਼ਿਆਦਾ ਪੜ੍ਹਦੇ ਹਾਂ ਤਾਂ ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਫਿਰ ਅਸੀਂ ਸਹਿਜੇ ਕਿਤਾਬ ਨਹੀਂ ਲਿਖ ਸਕਦੇ। ਸਾਨੂੰ ਆਪਣਾ ਕੱਦ ਜਿਹੜਾ ਉਹ ਬਹੁਤ ਛੋਟਾ ਹੀ ਲੱਗਦਾ ਰਹਿੰਦਾ ਸਾਰੀ ਉਮਰ, ਹੈ ਨਾ। ਅਤੇ ਲਿਖਣ ਲਈ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਜੀ ਬਿਲਕੁਲ, ਕਿਉਂਕਿ ਪੜ੍ਹਨ ਦੀ ਇਹ ਆ, ਬਹੁਤੇ ਹੁੰਦੇ ਆ ਜੇ ਤੁਸੀਂ ਪੁੱਛਦੇ ਹੋ ਕਿ ਤੁਸੀਂ ਪੜ੍ਹਦੇ ਕਿਹਨੂੰ, ਉਹ ਕਹਿੰਦੇ ਪੜ੍ਹਦੇ ਨਹੀਂ ਅਸੀਂ ਹੈਗੇ, ਅਸੀਂ ਸਿਰਫ ਲਿਖਿਆ ਹੀ ਹੈ। ਮੈਨੂੰ ਲੱਗਦਾ ਹੁੰਦਾ ਵੀ ਪੜ੍ਹਨਾ ਜ਼ਰੂਰੀ ਹੈ। ਇੱਕ ਅਵਸਥਾ ਹੁੰਦੀ ਹੈ ਜਿੱਥੇ ਪੜ੍ਹਾਈ ਵੀ ਸਿਫਰ ਹੋ ਜਾਂਦੀ ਆ, ਪਰ ਜਿਹੜੇ ਦੁਨਿਆਵੀ ਲੈਵਲ 'ਤੇ ਵਿਚਰਦੇ ਹਾਂ ਆਪਾਂ, ਉਹਨਾਂ ਲਈ ਤਾਂ ਪੜ੍ਹਨਾ ਵਾਲਾ ਜ਼ਰੂਰੀ ਆ। ਜਾਂ ਉੱਥੇ ਜਾ ਕੇ ਹੋ ਸਕਦਾ ਜਿੱਥੇ ਹਾਫਿਜ਼ ਸ਼ਰਾਜੀ ਹੋਣੀ ਜਾਂ ਮੌਲਾਨਾ ਰੂਮੀ ਹੋਣੀ ਕਹਿ ਰਹੇ ਨੇ, ਉੱਥੇ ਤਾਂ ਸਟੱਡੀ ਜਾਂ ਪੜ੍ਹਾਈ ਇਹ ਵੀ ਸਿਫਰ ਹੋ ਜਾਂਦੀ ਆ। ਜਿਵੇਂ ਆਪਾਂ ਬੈਠੇ ਬੈਠੇ ਗੱਲ ਕਰ ਰਹੇ ਸੀ ਵੀ ਬਹੁਤ ਲੇਖਕ ਨੇ ਜਿਹੜੇ ਆਪਣੇ ਮੂੰਹ ਕਹਿ ਦਿੰਦੇ ਆ, ਜਿਵੇਂ ਤੁਸੀਂ ਕਿਹਾ ਵੀ ਅਸੀਂ ਪੜ੍ਹਦੇ ਨਹੀਂ। ਗੁਲਜ਼ਾਰ ਸਿੰਘ ਸੰਧੂ ਹਮੇਸ਼ਾ ਕਹਿੰਦੇ ਹੁੰਦੇ ਆ ਵੀ ਮੈਂ ਬਹੁਤ ਘੱਟ ਕਿਤਾਬਾਂ ਪੜ੍ਹਦਾ, ਮੈਂ ਆਲਸੀ ਹਾਂ। ਪਰ ਮੈਨੂੰ ਲੱਗਦਾ ਹੁੰਦਾ ਵੀ ਉਹ ਲੋਕ ਕਿਸੇ ਹੋਰ ਤਰੀਕੇ ਨਾਲ ਪੜ੍ਹਦੇ ਨੇ, ਉਹ ਦੁਨੀਆ ਦਾ ਇੱਕ ਅਨੁਭਵ ਲੈਂਦੇ ਨੇ ਨਾ। ਜਿਵੇਂ ਉਹਨਾਂ ਨੇ ਇੱਕ ਨਾਵਲ ਲਿਖਿਆ ਸੀ ਗੋਰੀ ਹਿਰਨੀ, ਤਾਂ ਉਹ ਕਹਿੰਦੇ ਵੀ ਫਿਰ ਮੈਂ 5 ਸਾਲ ਜਰਮਨ ਚਲਾ ਕੇ ਆਇਆ, ਉਹਨਾਂ ਲੋਕਾਂ ਨੂੰ ਮਿਲਿਆ ਜਿਨ੍ਹਾਂ ਦੇ ਪਹਿਲੀ ਜਨਰੇਸ਼ਨ ਨੇ ਹਿਟਲਰ ਦੇ ਨਾਲ ਕੰਮ ਕੀਤਾ ਸੀ, ਹੈ ਨਾ। ਤਾਂ ਮੈਨੂੰ ਲੱਗਦਾ ਵੀ ਲਿਖਣ ਲਈ ਤੁਹਾਡੇ ਕੋਲ ਕੋਈ ਨਾ ਕੋਈ ਅਨੁਭਵ ਜ਼ਰੂਰ ਹੋਣਾ ਚਾਹੀਦਾ, ਚਾਹੇ ਦੁਨਿਆਵੀ ਆ ਚਾਹੇ ਪੜ੍ਹਾਈ ਨੂੰ ਤੁਸੀਂ ਇਹ ਵੀ ਨਹੀਂ ਰੱਖ ਸਕਦੇ ਵੀ ਲਿਖਤੀ ਰੂਪ 'ਚ ਵੀ ਨਹੀਂ ਰੱਖ ਸਕਦੇ। ਮੈਂ ਕਹਿੰਦਾ ਵੀ ਜਿਹੜੀ ਤੁਸੀਂ ਕੰਨਾਂ 'ਚ ਕਦੇ ਸ਼ਬਦ ਸੁਣਿਆ ਜਾਂ ਗਾਹੇ ਵਗਾਹੇ ਕਿਤੇ ਮਹਿਸੂਸ ਹੀ ਕੀਤਾ, ਸੁਣਿਆ ਵੀ ਨਹੀਂ ਸਿਰਫ ਮਹਿਸੂਸ ਕੀਤਾ, ਕੋਈ ਦ੍ਰਿਸ਼ ਅੱਖਾਂ ਨੇ ਦੇਖ ਵੀ ਲਿਆ, ਉਹਨੂੰ ਵੀ ਤੁਸੀਂ ਪੜ੍ਹਾਈ 'ਚ ਰੱਖ ਸਕਦੇ ਹੋ। ਬਿਲਕੁਲ। ਅਤੇ ਜਦੋਂ ਬਹੁਤ ਸਾਰੇ ਅੱਜ ਦੇ ਟਾਈਮ ਦੀ ਆਪਾਂ ਗੱਲ ਕਰਦੇ ਹਾਂ ਤਾਂ ਧੜਾ ਧੜ ਕਿਤਾਬਾਂ ਆਉਂਦੀਆਂ ਨੇ, ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਇੱਕ ਨਵੀਂ ਕਿਤਾਬ ਵੀ ਆ ਗਈ ਹੈ ਨਾ। ਜਦੋਂ ਉਹ ਤੁਹਾਨੂੰ ਉਦੋਂ ਪਤਾ ਲੱਗਦਾ ਜਾਂ ਉਹਨਾਂ 'ਚੋਂ ਕਿਸੇ ਦੇ ਦੋਸਤ ਨੇ ਕੋਈ ਸਟੇਟਸ ਪਾਇਆ ਹੁੰਦਾ, ਜਾਂ ਫਿਰ ਦੋਸਤ ਹੀ ਕਿਤਾਬ ਦੀ ਪ੍ਰਮੋਸ਼ਨ ਕਰ ਰਹੇ ਹੁੰਦੇ ਨੇ। ਤਾਂ ਜਿਵੇਂ ਤੁਸੀਂ ਹੋ, ਜਦੋਂ ਤੁਸੀਂ ਕਿਤਾਬ ਕਰਨੀ ਸੀ ਤੁਹਾਡੇ ਮਨ 'ਚ ਵੀ ਸੀ ਵੀ ਕਿਹੜੇ ਪਬਲਿਸ਼ਰ ਕੋਲ ਮੈਂ ਜਾਵਾਂ? ਕਿਉਂਕਿ ਜਦੋਂ ਇੱਕ ਪਬਲਿਸ਼ਰ ਇੱਕ ਪਾਸੇ ਤੋਂ ਬਹੁਤ ਵੱਡੀ ਕਿਤਾਬ ਕਰ ਰਿਹਾ, ਵੱਡੀ ਕਿਤਾਬ ਉਹ ਮਤਲਬ ਜਿਹਨੂੰ ਸਾਹਿਤਿਕ ਲੋਕ ਕਹਿੰਦੇ ਨੇ ਵੀ ਹਾਂ ਇਹਨੂੰ ਪੜ੍ਹ ਕੇ ਕੁਛ ਮਿਲਿਆ, ਹੈ ਨਾ। ਇੱਕ ਪਾਸੇ ਬਹੁਤ ਛੋਟੀ ਕਿਤਾਬ ਉਹ ਆ ਜਾਂਦੀ ਹੈ ਜਿਹੜੀ ਮਤਲਬ ਸਾਨੂੰ ਸਾਫ਼ ਤੌਰ 'ਤੇ ਪਤਾ ਹੁੰਦਾ ਵੀ ਕਿਸੇ ਨੇ ਸਿਰਫ ਲੇਖਕ ਹੋਣ ਦਾ ਭਰਮ ਪੂਰਾ ਕਰਨ ਲਈ ਇਹਨੂੰ ਛਪਵਾ ਲਿਆ ਨਾ। ਤਾਂ ਇੱਦਾਂ ਦੀ ਕੋਈ ਦੁਚਿੱਤੀ ਹੈਗੀ ਸੀ ਮਨ ਦੇ ਵਿੱਚ? ਪਬਲੀਕੇਸ਼ਨ ਨੂੰ ਲੈ ਕੇ ਕਾਫੀ ਦੁਚਿੱਤੀ ਸੀ, ਕਿਉਂਕਿ ਕੁਝ ਚੀਜ਼ਾਂ ਇਹ ਵੀ ਨੇ ਕਿ ਬਹੁਤ ਹੇਠਲੇ ਲੈਵਲ ਦੀਆਂ ਚੀਜ਼ਾਂ ਵੀ ਆ ਰਹੀਆਂ ਨੇ। ਜੇ ਤੁਸੀਂ ਕਿਵੇਂ ਨਾ ਕਿਵੇਂ ਉਹਨਾਂ ਨਾਲ ਜੁੜ ਜਾਂਦੇ ਹੋ ਤਾਂ ਉਹ ਗਲਤ ਜਿਹਾ ਹੋ ਜਾਂਦਾ ਕੰਮ। ਮੈਨੂੰ ਇਹ ਸੀ ਪਬਲੀਕੇਸ਼ਨਾਂ ਨੂੰ ਲੈ ਕੇ ਦੁਚਿੱਤੀ ਸੀ ਕਾਫੀ ਟਾਈਮ ਤੋਂ ਵੀ ਕਿਹਦੇ ਨਾਲ ਕਰਿਆ ਜਾਵੇ। ਪਰ ਹੌਲੀ ਹੌਲੀ ਇਹ ਹੁੰਦਾ ਵੀ ਇੱਕ ਬਿਧ ਜੀ ਬਣਨੀ ਹੁੰਦੀ ਆ। ਭਾਜੀ ਹੁਣੀ ਨੇ ਇੱਥੋਂ ਕੈਲੀਫੋਰਨੀਆ ਤੋਂ, ਉਹਨਾਂ ਨੇ ਸੋਹਣਾ ਚਲੋ ਉਹਨਾਂ ਨਾਲ ਸਬੱਬ ਬਣਿਆ, ਅਤੇ ਉਹਨਾਂ ਦਾ ਕੰਮ ਵੀ ਜਿਵੇਂ ਪ੍ਰਿੰਟ ਵੈਲ ਦਾ, ਇਹਨਾਂ ਦਾ ਕੰਮ ਬਹੁਤ ਸੋਹਣਾ ਅੰਮ੍ਰਿਤਸਰ ਵਾਲਿਆਂ ਦਾ। ਹਾਂਜੀ, ਹੌਲੀ ਹੌਲੀ ਆਪਣੇ ਆਪ ਇੱਕ ਵਿਧ ਜੀ ਬਣ ਗਈ। ਬਾਕੀ ਇਹ ਹੁੰਦਾ ਵੀ ਤੁਸੀਂ ਜਿੱਦਾਂ ਦੀ ਤੁਹਾਡੀ ਤਬੀਅਤ ਹੁੰਦੀ ਆ ਉੱਦਾਂ ਦੇ ਲੋਕ ਤੁਹਾਨੂੰ ਮਿਲਦੇ ਜਾਂਦੇ ਆ।
ਤੁਹਾਡੀ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਵੀ ਸ਼ਬਦੀ ਹਿੰਸਾ ਜਿਹੜੀ ਸਿਰਫ ਉਹੀ ਕਵਿਤਾ ਨਹੀਂ ਹੋ ਸਕਦੀ, ਨਾ ਹੀ ਨਿੱਜੀ ਜਿਹੜੇ ਤਾਨੇ ਮਿਹਣੇ ਨੇ ਉਹ ਕਵਿਤਾ ਹੋ ਸਕਦੀ ਹੈ ਨਾ। ਤਾਂ ਇਹ ਤਾਂ ਮੈਨੂੰ ਚਲੋ ਮੈਂ ਤਾਂ ਕਿਤਾਬ ਪੜ੍ਹ ਲਈ, ਹਲੇ ਆਪਣੇ ਪਾਠਕਾਂ ਨੇ, ਬਹੁਤ ਸਾਰੇ ਲੋਕਾਂ ਨੇ ਨਹੀਂ ਪੜ੍ਹੀ ਹੋਣੀ, ਦਰਸ਼ਕਾਂ ਨੇ, ਹੈ ਨਾ। ਤਾਂ ਕਿਤਾਬ ਦਾ ਵਿਸ਼ਾ ਹੈ ਜਿਹੜਾ, ਇਹ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਸਮਾਜਿਕ ਸਰੋਕਾਰ ਬਹੁਤ ਜ਼ਿਆਦਾ ਉਹਦੇ 'ਚ ਨਹੀਂ ਉਲੀਕੇ, ਹੈ ਨਾ, ਜਾਂ ਉਹ ਜਿਵੇਂ ਆਪਾਂ ਕਹਿੰਦੇ ਵੀ ਨਿੱਜੀ ਤਾਨੇ ਮਿਹਣੇ। ਤਾਂ ਇਸ ਕਿਤਾਬ ਦਾ ਜਿਹੜਾ ਵਿਸ਼ਾ ਹੈ ਉਹ ਕਿਸ ਚੀਜ਼ ਦੇ ਆਲੇ ਦੁਆਲੇ ਘੁੰਮਦਾ, ਜਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਕੋਈ ਫਿਲਮ ਮੇਕਰ ਫਿਲਮ ਬਣਾਉਂਦਾ ਤਾਂ ਅਸੀਂ ਉਹਨੂੰ ਪੁੱਛਦੇ ਹੁੰਦੇ ਹਾਂ ਵੀ ਤੇਰੀ ਫਿਲਮ ਦੇ ਵਿੱਚ ਇਹੋ ਜਿਹੀ ਕੀ ਖਾਸੀਅਤ ਹੈ ਜਿਹੜਾ ਕੋਈ 200 ਰੁਪਏ ਦੀ ਟਿਕਟ ਖਰੀਦ ਕੇ ਇਹਨੂੰ ਦੇਖਣ ਜਾਵੇ, ਹੈ ਨਾ। ਬਿਲਕੁਲ ਉਹੀ ਚੀਜ਼ ਵੀ ਕਿਤਾਬ ਦੇ ਵਿੱਚ ਇਹੋ ਜਿਹਾ ਕੀ ਆ ਵੀ ਇਹਦੇ 'ਤੇ ਕੋਈ ਵੀ ਬੰਦਾ ਜਿਹੜਾ 200 ਰੁਪਏ ਖਰਚੇ। ਜਿਵੇਂ ਤੁਸੀਂ ਵਿਸ਼ਿਆਂ ਦੀ ਗੱਲ ਕਰੀ, ਵੱਖਰੇ ਵੱਖਰਿਆਂ ਦੀ, ਅਕੀਦਤ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਪਹਿਲੇ ਪੰਨੇ 'ਤੇ ਆ ਕੇ ਬਸ ਇਸ਼ਕ ਦਾ ਹੀ ਪਸਾਰਾ ਹੈ ਚੌਂ ਤਰਫ, ਫਿਰ ਉਹ ਵਰਿੰਦਾਵਨ ਹੋਵੇ ਜਾਂ ਝੰਗ, ਕੀ ਫਰਕ ਪੈਂਦਾ। ਮੈਨੂੰ ਲੱਗਦਾ ਹੁੰਦਾ ਵੀ ਜਦੋਂ ਇਸ਼ਕ ਸ਼ਬਦ ਆ ਜਾਂਦਾ ਤਾਂ ਸਾਰਾ ਕੁਝ ਉਹਦੇ ਵਿੱਚ ਹੀ ਸਮਾਇਆ ਜਾਂਦਾ। ਜਿਵੇਂ ਵਾਰਿਸ ਸ਼ਾਹ ਵੀ ਲਿਖਦੇ ਆ ਕਿ ਅਬਲ ਹਮਦ ਖੁਦਾ ਦਾ ਵਿਰਦ ਕੀਜੇ, ਇਸ਼ਕ ਕੀਤਾ ਸੋ ਜੱਗ ਦਾ ਮੂਲ ਮੀਆਂ, ਪਹਿਲਾਂ ਆਪ ਹੈ ਰੱਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ। ਸਾਰੇ ਵਿਸ਼ੇ ਉਹਦੇ ਵਿੱਚ ਆ ਜਾਂਦੇ ਆ, ਕਿਉਂਕਿ ਸ਼ੁਰੂਆਤ ਦੀ ਗੱਲ ਕਰਦੇ ਉਹ ਕਹਿੰਦੇ ਵੀ ਸਭ ਤੋਂ ਪਹਿਲਾਂ ਜੇ ਰੱਬ ਨੂੰ ਇਸ਼ਕ ਹੋਇਆ ਤਾਂ ਦੁਨੀਆ ਸਾਜੀ। ਤਕਰੀਬਨ ਜੇ ਇਸ਼ਕ, ਬੇਸ਼ੱਕ ਤੁਸੀਂ ਮਜਾਜੀ ਅਤੇ ਹਕੀਕੀ ਜਿਹੜੀ ਆਪਣੀ ਪਹਿਲਾਂ ਗੱਲ ਹੋਈ ਕਿ ਕੈਟਾਗਰੀਆਂ ਇੱਕ ਬਣਾ ਲਈਆਂ, ਹਾਲਾਂਕਿ ਇਸ਼ਕ ਹੈ ਸਿਰਫ, ਬਿਲਕੁਲ ਉਹੀ ਵਿਸ਼ਾ ਹੈ ਦਾ। ਉਹਦੇ ਵੱਖਰੇ ਵੱਖਰੇ ਰੰਗ ਨੇ, ਕਿਤੇ ਉਹ ਤੇਗ ਦੇ ਰੂਪ ਵਿੱਚ ਸਾਹਮਣੇ ਆਉਂਦਾ, ਕਿਤੇ ਬਾਬੇ ਬੁੱਲੇ ਦੀ ਝਾਂਜਰ ਦੀ ਆਵਾਜ਼ ਸੁਣਦੀ ਹੈ, ਅਤੇ ਕਿਤੇ ਹੀਰ ਦੀ ਹੋਈ, ਅਤੇ ਕਿਤੇ ਰਾਂਝੇ ਦੀ ਵੰਜਲੀ ਸੁਣਦੀ ਹੈ, ਕਿਤੇ ਕ੍ਰਿਸ਼ਨ ਦੀ। ਬਿਲਕੁਲ ਇਹ ਇੱਕ ਕਵਿਤਾ ਸੀ ਤੁਹਾਡੀ, ਇਹਦੇ 'ਚ ਵੀ ਜਿੱਥੇ ਲਾਹੌਰ ਆ ਜਿਹੜਾ ਕਦੀ ਵੰਡ ਨਾਲ, ਹੈ ਨਾ, ਨਹੀਂ ਮਰਦਾ, ਉਹ ਤੁਸੀਂ ਲਿਖਿਆ ਹੋਇਆ ਸੀਗਾ। ਅਤੇ ਬਾਬਾ ਫਰੀਦ ਅਤੇ ਗੁਰੂ ਸਾਹਿਬ ਦਾ ਜਿਹੜਾ ਰਿਸ਼ਤਾ, ਉਹਦੇ ਬਾਰੇ ਗੱਲ ਕੀਤੀ ਹੋਈ ਹੈ। ਤਾਂ ਮੈਨੂੰ ਤੁਹਾਡੀ ਪਰਸਨੈਲਿਟੀ ਦੇ ਵਿੱਚ ਇੱਕ ਚੀਜ਼ ਬਹੁਤ ਖੂਬਸੂਰਤ ਲੱਗਦੀ ਹੁੰਦੀ ਆ ਵੀ ਤੁਸੀਂ ਨਮਾਜ਼ ਵੀ ਪੜ੍ਹਦੇ ਹੋ, ਤੁਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਹੋ, ਹੈ ਨਾ। ਤਾਂ ਉਹ ਦੋਨੇ ਰੰਗ ਜਿਹੜੇ ਮੈਨੂੰ ਇਸ ਕਿਤਾਬ 'ਚ ਦਿਸੇ ਜਦੋਂ ਮੈਂ ਇਸ ਕਿਤਾਬ ਨੂੰ ਪੜ੍ਹਿਆ। ਪਿੱਛੇ ਜੇ 2 ਹਫ਼ਤੇ ਪਹਿਲਾਂ ਮੈਂ ਇੱਕ ਲੇਖਕ ਨੇ, ਉਹਨਾਂ ਨੂੰ ਮਿਲੀ, 2-3 ਅਵਾਰਡ ਉਹ ਲੈ ਚੁੱਕੇ ਨੇ। ਤਾਂ ਗੱਲਬਾਤ 'ਚੋਂ ਗੱਲਾਂ ਕਰਦੇ ਕਰਦੇ ਉਹ ਕਹਿੰਦੇ ਵੀ ਹੁਣ ਦੀਆਂ ਕਿਤਾਬਾਂ ਸਾਨੂੰ ਨਿਰਾਸ਼ ਕਰ ਰਹੀਆਂ ਨੇ, ਅਤੇ ਉਸ ਤੋਂ ਵੀ ਜ਼ਿਆਦਾ ਨਿਰਾਸ਼ ਸਾਨੂੰ ਉਹ ਲੋਕ ਕਰ ਰਹੇ ਨੇ ਜੋ ਇਹਨਾਂ ਕਿਤਾਬਾਂ ਨੂੰ ਇਨਾਮ ਦੇ ਰਹੇ ਨੇ, ਹੈ ਨਾ। ਤਾਂ ਉਹਨਾਂ ਨੇ ਇੱਕ ਕਿਤਾਬ ਦਾ ਨਾਂ ਲਿਆ, ਉਹ ਕਹਿੰਦੇ ਵੀ ਜਦੋਂ ਰਾਣੀ ਤੱਤ ਕਿਤਾਬ ਨੂੰ ਯੁਵਾ ਸਾਹਿਤ ਅਕਾਦਮੀ ਮਿਲਿਆ, ਹੈ ਨਾ, ਤਾਂ ਇਹ ਚੀਜ਼ ਸਾਡੇ ਮਨਾਂ ਦੇ ਵਿੱਚ ਸੀ ਵੀ ਹੁਣ ਇਸ ਤੋਂ ਵੱਡੀ ਕਿਤਾਬ ਨੂੰ ਹੀ ਮਿਲ ਸਕਦਾ, ਵੀ ਉਹ ਕਿਤਾਬ ਇੰਨੀ ਵੱਡੀ ਲੱਗੀ ਸਾਰਿਆਂ ਨੂੰ। ਅਤੇ ਕਹਿੰਦੇ ਵੀ ਪਿੱਛੇ ਜੇ ਆਈ ਹੋਈ ਇੱਕ ਕਿਤਾਬ ਇਹੋ ਜਿਹੀ ਵੀ ਸੀ ਜਿਹੜੀ ਬਲੈਕ 'ਚ ਵਿਕੀ, ਅਤੇ ਅਗਲੇ ਕੁਝ ਸਾਲਾਂ 'ਚ ਹੋ ਸਕਦਾ ਵੀ ਉਸ ਕਿਤਾਬ ਨੂੰ ਸਾਹਿਤ ਅਕਾਦਮੀ ਮਿਲ ਜਾਵੇ, ਹੈ ਨਾ। ਅਤੇ ਕਹਿੰਦੇ ਵੀ ਉਦੋਂ ਤੁਸੀਂ ਸੋਚ ਕੇ ਦੇਖੋ ਵੀ ਉਸ ਵੱਡੇ ਲੇਖਕ ਨੂੰ ਕਿੱਡੀ ਢਾਹ ਵੱਜੇਗੀ ਵੀ ਅੱਛਾ ਜੋ ਇਨਾਮ ਮੈਂ ਲਿਆ ਉਹੀ ਇਸ ਕਿਤਾਬ ਨੂੰ ਗਿਆ, ਹੈ ਨਾ। ਤਾਂ ਇਹ ਚੀਜ਼ਾਂ ਤੁਹਾਡੇ ਮਨ 'ਚ ਵੀ ਕੋਈ ਦੁਚਿੱਤੀ ਪੈਦਾ ਕਰਦੀਆਂ ਨੇ, ਜਾਂ ਜਦੋਂ ਤੁਸੀਂ ਕਿਤਾਬ ਲਿਖੀ ਸੀਗੀ ਕੁਛ ਆਇਆ ਸੀ ਇਹੋ ਜਿਹਾ ਦਿਮਾਗ ਦੇ ਵਿੱਚ ਵੀ ਮੈਂ ਇਨਾਮ ਲਈ ਕਿਤਾਬ ਲਿਖ ਰਿਹਾ? ਨਹੀਂ, ਇੱਦਾਂ ਦਾ ਤਾਂ ਨਹੀਂ ਹੁੰਦਾ। ਤੁਸੀਂ ਇੱਕ ਮੈਨੂੰ ਸੀ ਕਿ ਕਿਉਂਕਿ ਜਦੋਂ ਤੁਹਾਨੂੰ ਆਵਾਮ ਸਵੀਕਾਰ ਲੈਂਦਾ ਤਾਂ ਅਵਾਰਡਸ ਨੇ ਜਿਹੜੇ ਉਹ ਬਹੁਤ ਹੇਠਾਂ ਰਹਿ ਜਾਂਦੇ ਆ। ਵੱਡੀ ਗੱਲ ਇਹ ਆ ਕਿ ਤੁਹਾਡੀ ਥਾਂ ਜਿਹੜੀ ਲੋਕਾਂ ਦੇ ਦਿਲਾਂ 'ਚ ਬਣੇ, ਇਹ ਵੀ ਮਾਇਨੇ ਰੱਖਦੇ ਆ। ਇਹ ਤੋਂ ਵੀ ਤੁਸੀਂ ਮਨਫੀ ਮੁਨਕਰ ਨਹੀਂ ਹੋ ਸਕਦੇ ਇਹ ਤੋਂ ਵੀ, ਪਰ ਇਹ ਆ ਕਿ ਕੁਝ ਵੀ ਕਰਦੇ ਰਹੀਏ ਇੱਕ ਸਾਰਥਕ ਜਿਹੇ ਤੌਰ 'ਤੇ ਕਰੀਏ, ਨਾ ਕਿ ਇਨਾਮਾਂ ਦੀ ਵੰਡ ਦੀ ਉਹਦੇ ਵਿੱਚ ਇਨਾਮ ਅਤੇ ਅਵਾਰਡਸ ਜਾਂ ਐਡੀਸ਼ਨਾਂ ਦਾ ਛਪ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਵੱਡੀ ਗੱਲ ਇਹ ਹੁੰਦੀ ਆ ਕਿ ਠਹਿਰ ਜਾਵੇ ਇੱਕ ਸਮੇਂ ਦੇ ਵਿੱਚ। ਤੁਸੀਂ ਵੇਖੋ ਫੀਹੀ ਮਾਫੀਹੀ ਜਾਂ ਮਸਨਵੀ ਵਰਗੀਆਂ ਕਿਰਤਾਂ ਨੇ ਜਿਹੜੀਆਂ, ਜਾਂ ਤਜ਼ਕਿਰਾਤ ਲੌਲੀਆ, ਇਹ ਕਿਸੇ ਸਮੇਂ ਜਾਂ ਪੀਰੀਅਡ ਕਾਲ ਦੇ ਵਿੱਚ ਨਹੀਂ ਠਹਿਰਦੀਆਂ, ਕਾਲ ਤੋਂ ਰਹਿਤ ਨੇ। ਹਾਲਾਂਕਿ ਜਿਹੜੀਆਂ ਹੁਣ ਅਵਾਰਡਸ ਦੀ ਗੱਲ ਕਰੀਏ, ਜੇ ਅਵਾਰਡਸ ਮਿਲਦੇ ਨੇ ਉਹ ਕਿਤਾਬਾਂ ਨੂੰ, ਤਾਂ ਉਹ ਲੇਖਕ ਦੇ ਉਮਰ ਤੋਂ ਵੀ ਘੱਟ ਹੁੰਦੀ ਹੈ ਕਿਤਾਬਾਂ ਦੀ ਉਮਰ। ਲੇਖਕ ਦੀ ਉਮਰ ਤੋਂ ਵੀ ਪਹਿਲਾਂ ਹੀ ਉਹ ਮਨ ਭੁੱਲ ਜਾਂਦੀਆਂ ਨੇ ਜਾਂ ਭੁਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਜੇ ਅਵਾਰਡ ਮਿਲਿਆ ਫਿਰ ਤਾਂ ਉਹ ਠਹਿਰ ਜਾਣੀ ਚਾਹੀਦੀ ਹੈ। ਫਿਰ ਇੱਥੇ ਤਾਂ ਇਹੀ ਹੋ ਸਕਦਾ ਕਿ ਅਵਾਰਡ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੇ। ਵੱਡੀ ਗੱਲ ਇਹ ਆ ਕਿ ਉਹ ਇੱਕ ਕਾਲ ਦੇ ਵਿੱਚ ਠਹਿਰ ਜਾਵੇ ਗੱਲ, ਜੋ ਤੁਸੀਂ ਕਹਿ ਰਹੇ ਹੋ ਜਾਂ ਕਰ ਰਹੇ ਹੋ ਲੋਕਾਂ ਦੇ ਦਿਲਾਂ 'ਤੇ ਉਕਰੀ ਜਾਵੇ। ਮੈਨੂੰ ਲੱਗਦਾ ਜਿਵੇਂ ਤੁਸੀਂ ਕਿਹਾ ਵੀ ਆਵਾਮ ਜਿਹੜੀ ਚੀਜ਼ ਨੂੰ ਸਵੀਕਾਰ ਕਰ ਲੈਂਦੀ ਹੈ ਨਾ। ਹੁਣ ਤਾਂ ਆਪਾਂ ਚਲੋ ਬਹੁਤ ਜ਼ਿਆਦਾ ਸਿਆਣੇ ਨਹੀਂ, ਪਰ ਆਵਾਮ ਨੂੰ ਜਾਂ ਤਾਂ ਅਸੀਂ ਪਰੋਸ ਕੁਝ ਇਹੋ ਜਿਹਾ ਰਹੇ ਹਾਂ ਕਿ ਅਸੀਂ ਉਹਨਾਂ ਦਾ ਪੱਧਰ ਨੀਵਾਂ ਕਰਤਾ, ਹੈ ਨਾ, ਜਾਂ ਫਿਰ ਆਵਾਮ ਦਾ ਆਪਣਾ ਸਾਹਿਤ ਨੂੰ ਲੈ ਕੇ ਨਜ਼ਰੀਆ ਜਿਹੜਾ ਬਹੁਤ ਨੀਵਾਂ ਹੋ ਗਿਆ। ਜਿਵੇਂ ਤੁਸੀਂ ਕਿਹਾ ਵੀ ਲੋਕ ਜੇ ਕਬੂਲ ਕਰ ਲੈਣ ਤਾਂ ਲੋਕ ਸੱਚੀ ਉਹਨਾਂ ਕਿਤਾਬਾਂ ਨੂੰ ਕਬੂਲ ਕਰ ਰਹੇ ਨੇ ਜਿਨ੍ਹਾਂ ਨੂੰ ਇੱਕ ਸਨਸਨੀ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਹੈ ਨਾ। ਤਾਂ ਇਹ ਚੀਜ਼ ਮੈਨੂੰ ਲੱਗਦਾ ਵੀ
ਤੁਹਾਨੂੰ ਆਪਣੇ ਜਿਹੜੇ ਪਾਠਕ ਨੇ ਉਹ ਪੈਦਾ ਕਰਨ ਲਈ ਐ ਨਹੀਂ ਲੱਗਦਾ ਵੀ ਇੱਕ ਸੰਘਰਸ਼ ਕਰਨਾ ਪਊਗਾ ਦੁਬਾਰਾ ਤੋਂ ਉਹਨਾਂ ਚੀਜ਼ਾਂ ਨੂੰ ਲੋਕਾਂ ਦਾ ਸਵਾਦ ਬਣਾਉਣ ਲਈ, ਲੋਕਾਂ ਦੇ ਪੜ੍ਹਨ ਦਾ ਜਿਹੜਾ ਲਹਿਜਾ ਬਣਾਉਣ ਲਈ ਇੱਕ ਸੰਘਰਸ਼ ਵਾਲੀ ਜ਼ਿੰਦਗੀ ਹੋ ਜਾਏਗੀ ਵੀ ਐਡੀ ਭਾਰੀ ਕਿਤਾਬ, ਇਹਦੇ 'ਚ ਬਹੁਤ ਸਾਰੇ ਸ਼ਬਦ ਸੀ ਜਿਹੜੇ ਮੈਨੂੰ ਨਹੀਂ ਸਮਝ ਆਏ ਹੈ ਨਾ, ਕਿਉਂਕਿ ਸਾਨੂੰ ਪੜ੍ਹਾਏ ਨਹੀਂ ਗਏ। ਤਾਂ ਇਹ ਐ ਨਹੀਂ ਲੱਗਿਆ ਵੀ ਇਸ ਕਿਤਾਬ ਨੂੰ ਲੋਕ ਸਵੀਕਾਰਨਗੇ ਵੀ? ਇਹ ਹੁੰਦਾ ਕਿ ਟੇਸਟ ਉਹਨਾਂ ਦਾ ਲੋਕਾਂ ਦਾ ਵਿਗਾੜਤਾ ਉਹਨਾਂ ਨੇ। ਉਹ ਇੰਨੀ ਹਲਕੀ ਚੀਜ਼ ਪਰੋਸ ਦਿੱਤੀ ਜਾਂਦੀ ਆ ਕਿ ਤੁਹਾਡਾ ਟੇਸਟ ਉਹਦੇ ਅਨੁਸਾਰ ਹੋ ਜਾਂਦਾ। ਜਦੋਂ ਕੋਈ ਸੋਹਣੀ ਜਿਹੀ ਚੀਜ਼ ਇੱਕ ਸੁਚੱਜੇ ਜਿਹੇ ਢੰਗ ਨਾਲ ਆਉਂਦੀ ਆ ਤਾਂ ਉਹਨਾਂ ਨੂੰ ਓਪਰੀ ਜਾਂ ਉਹ ਲੱਗਣ ਲੱਗ ਜਾਂਦੀ ਆ ਵੱਡੀ, ਹਾਲਾਂਕਿ ਵੱਡਾ ਛੋਟਾ ਵੀ ਨਹੀਂ ਕੁਝ ਹੁੰਦਾ। ਉਹ ਕਈ ਚੀਜ਼ਾਂ ਤੋਂ ਦੂਰ ਇੰਨੇ ਚਲੇ ਜਾਂਦੇ ਆ ਕਿ ਉਹ ਵੱਡੀਆਂ ਲੱਗਣ ਲੱਗ ਜਾਂਦੀਆਂ ਨੇ। ਤੁਸੀਂ ਮੁੱਖਬੰਦ ਕਿਉਂ ਨਹੀਂ ਲਿਖਵਾਇਆ ਕਿਤਾਬ 'ਤੇ? ਮੁੱਖਬੰਦ 'ਚ ਇਹ ਹੁੰਦਾ ਕਿ ਮੈਂ ਜਦੋਂ ਆਪਾਂ ਸ਼ਬਦ ਕਿਤਾਬ ਦਾ ਨਾਮ ਅਕੀਦਤ ਮੇਰੇ ਜ਼ਿਹਨ 'ਚ ਆਇਆ ਤਾਂ ਇਹ ਹੋਇਆ ਮੈਨੂੰ ਕਿ ਮਹਿਸੂਸ ਹੋਇਆ ਕਿ ਜੇ ਤੁਸੀਂ ਮੁੱਖਬੰਦ ਲਿਖਾਉਂਦੇ ਹੋ ਤਾਂ ਕਿਵੇਂ ਨਾ ਕਿਵੇਂ ਇੱਕ ਕਵੀ ਦੇ ਤੌਰ 'ਤੇ ਥੋੜ੍ਹੀ ਉਸਤਤ ਕਰਦਾ ਕੋਈ। ਕਿਸੇ ਤੋਂ ਵੀ ਕੋਈ ਵੀ ਮੁੱਖਬੰਦ ਜੋ ਲਿਖਦਾ ਕਵੀ ਦੇ ਤੌਰ 'ਤੇ ਥੋੜ੍ਹੀ ਉਸਤਤ ਕਰਦਾ। ਪਰ ਜਦੋਂ ਤੁਸੀਂ ਕਿਤਾਬ ਦਾ ਨਾਮ ਅਕੀਦਤ ਰੱਖ ਦਿੰਦੇ ਹੋ ਫਿਰ ਮੁੱਖਬੰਦ ਦੀ ਵੀ ਲੋੜ ਨਹੀਂ ਰਹਿੰਦੀ। ਉੱਥੇ ਸ਼ਰਧਾ ਜਾਂ ਸਮਰਪਣ ਜਾਂ ਵਿਸ਼ਵਾਸ ਦੇ ਤੌਰ 'ਤੇ ਕਰ ਰਹੇ ਹੋ ਤੁਸੀਂ। ਤਾਂ ਕਰਕੇ ਮੈਂ ਮੁੱਖਬੰਦ ਨਹੀਂ ਉੱਧਰ ਉਹ ਕਰਿਆ। ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿ ਦਿੰਦੇ ਆ ਵੀ ਜੇ ਤੁਸੀਂ ਛੇਤੀ ਮਤਲਬ ਕਾਮਯਾਬ ਹੋਣਾ ਤਾਂ ਵੱਡੇ ਲੋਕਾਂ ਤੋਂ ਮੁੱਖਬੰਦ ਲਿਖਾਉਣਾ ਬਹੁਤ ਜ਼ਰੂਰੀ ਹੁੰਦਾ ਨਾ। ਜਿਹੜਾ ਨਹੀਂ ਲਿਖਾਉਂਦਾ ਉਹਨੂੰ ਕਹਿ ਦਿੰਦੇ ਵੀ ਸ਼ਾਇਦ ਇਹ ਆਪਣੇ ਆਪ ਨੂੰ ਹੀ ਬਹੁਤ ਵੱਡਾ ਸਮਝਦਾ। ਇਹੋ ਜਿਹਾ ਕੁਝ ਦਿਮਾਗ 'ਚ ਆਇਆ ਨਹੀਂ ਵੀ? ਕਿਉਂਕਿ ਬਹੁਤ ਲੋਕ ਜਾਣਦੇ ਆ ਤੁਹਾਨੂੰ, ਵੱਡੇ ਚੰਗੇ ਲੋਕ ਵੀ ਤੁਹਾਨੂੰ ਪੜ੍ਹਦੇ ਨੇ। ਹਾਂਜੀ ਹਾਂਜੀ, ਇਹ ਸੀਗਾ ਉਹਨਾਂ ਦੇ ਭਰਮ ਜਿਹੇ ਹੁੰਦੇ ਆ। ਭਰਮ ਨੇ ਤੁਸੀਂ ਆਪਣੇ ਇਰਦ ਗਿਰਦ ਜਿੰਨੇ ਮਰਜ਼ੀ ਵਿਸ਼ਾਲ ਕਰੀ ਜਾਓ, ਸਿਰਫ ਇਹ ਹਉਮੈ ਨੂੰ ਸ਼ਾਂਤ ਕਰਨ ਲੈਣ ਵਾਲੀਆਂ ਚੀਜ਼ਾਂ ਨੇ ਵੀ ਕੋਈ ਵੱਡਾ ਬੰਦਾ ਜਾਂ ਸ਼ੇਅਰ ਕਰੂ ਜਾਂ ਉਹ ਹੋਊਗਾ। ਹਾਲਾਂਕਿ ਤੁਹਾਨੂੰ ਆਪਣੇ ਆਪ ਇੱਕ ਸੰਤੁਸ਼ਟੀ ਹੋਣੀ ਚਾਹੀਦੀ ਆ। ਮੈਨੂੰ ਲੱਗਦਾ ਮੈਂ ਅਕੀਦਤ ਨੂੰ ਲਿਖਣ ਤੋਂ ਬਾਅਦ ਮੁਹੱਬਤ ਜੋ ਵੀ ਮਿਲੀ ਹੁਣ ਮਿਲ ਰਹੀ ਆ ਜਾਂ ਬਹੁਤ, ਉਹ ਤੋਂ ਮੈਂ ਸੰਤੁਸ਼ਟ ਹਾਂ। ਇਹ ਹੁੰਦਾ ਕਿ ਅੱਪੜ ਰਹੀ ਆ ਥੋੜ੍ਹੀ ਚੀਜ਼ ਲੋਕਾਂ ਤੱਕ। ਵੱਡੀ ਗੱਲ ਇਹ ਹੈ ਕਿ ਉਹਨੂੰ ਮੁਹੱਬਤ ਵੀ ਮਿਲ ਰਹੀ ਆ ਤਕਰੀਬਨ ਲਗਾਤਾਰ। ਮੈਨੂੰ ਹੁਣ ਤੁਹਾਨੂੰ ਮੈਂ ਇੱਕ ਰੀਸੈਂਟਲੀ ਗੱਲ ਦੱਸਦਾ ਕਿ ਮੈਨੂੰ ਕੱਲ੍ਹ ਇਹ ਕਿਸੇ ਦਾ ਫੋਨ ਆਇਆ ਸੀ, ਉਹਨਾਂ ਨੇ ਆਪਣੀ ਕੁੜੀ ਦਾ ਨਾਮ ਅਕੀਦਤ ਰੱਖਿਆ। ਅੱਛਾ, ਬੱਚੀ ਹੋਈ ਉਹਨਾਂ ਦੇ ਬੇਟੀ ਦਾ ਨਾਮ ਅਕੀਦਤ ਰੱਖਿਆ। ਅਤੇ ਇੱਕ ਇੱਦਾਂ ਹੀ ਕੁਝ ਟਾਈਮ ਪਹਿਲਾਂ ਰਬਾਬ ਸੀ ਜਿਹੜੀ ਰਚਨਾ, ਤਾਂ ਉਹ ਕਿਸੇ ਦੀ ਕਾਲ ਆਈ ਸੀ ਮੈਨੂੰ। ਉਹ ਕਹਿੰਦੇ ਵੀ ਰਬਾਬ ਪੜ੍ਹਨ ਤੋਂ ਬਾਅਦ ਵੀ ਰਬਾਬ ਖਰੀਦ ਲਿਆ ਸੀ ਮੁੰਡਾ ਉਹ, ਅਤੇ ਰਬਾਬ ਸਿੱਖਣੀ ਸ਼ੁਰੂ ਕਰੀ ਉਹਨੇ। ਬਸ ਇਹੀ ਆ ਜਿਹੜੀ ਕਮਾਈ ਹੁੰਦੀ ਆ। ਤਾਂ ਉੱਥੇ ਫਿਰ ਆਹ ਜਿਹੜੇ ਉਹ ਹੋ ਗਿਆ ਤੁਸੀਂ ਕਿਸੇ ਵੱਡੇ ਚਿਹਰੇ ਤੋਂ ਉਹ ਕਰਵਾਉਣਾ, ਤਾਂ ਉਹ ਚੀਜ਼ਾਂ ਵੀ ਛੋਟੀਆਂ ਰਹਿ ਜਾਂਦੀਆਂ ਨੇ। ਵੱਡੀ ਇਹ ਆਵਾਮ ਤੁਹਾਨੂੰ ਸਵੀਕਾਰ ਲੇ ਅਤੇ ਮੁਹੱਬਤ ਜਿੰਨੀ ਮਿਲਦੀ ਰਹੇ, ਉਹੀ ਕਮਾਈ ਹੁੰਦੀ ਆ ਅਸਲ ਦਾ। ਜਦੋਂ ਸ਼ਿਵ ਕੁਮਾਰ ਬਟਾਲਵੀ ਹੁਣਾਂ ਦਾ ਵੇਲਾ ਸੀ ਹੈ ਨਾ, ਉਦੋਂ ਆਪਣੇ ਬਹੁਤ ਪੰਜਾਬੀ ਸਾਹਿਤ 'ਚ ਮੁਸ਼ਾਇਰੇ ਬਹੁਤ ਜ਼ਿਆਦਾ ਹੁੰਦੇ ਸੀਗੇ। ਅਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਜੇ ਅੱਜ ਵੀ ਲੋਕ ਬਹੁਤ ਜ਼ਿਆਦਾ ਪੜ੍ਹਦੇ ਆ, ਜਾਂ ਅਸੀਂ ਜਦੋਂ ਵੀ ਸਾਨੂੰ ਜੀ ਕਰਦਾ ਹੈ ਨਾ ਤਾਂ ਆਪਾਂ YouTube ਤੋਂ ਕੱਢ ਕੇ ਇਹੀ ਦੇਖਦੇ ਹਾਂ ਵੀ ਕਿਤੇ ਸ਼ਿਵ ਦੀ ਕੋਈ ਕਵਿਤਾ ਉਸ ਟਾਈਮ ਕਿਸੇ ਨੇ ਰਿਕਾਰਡ ਕਰਕੇ ਪਾਈ ਹੋਵੇ ਤਾਂ ਅਸੀਂ ਉਹਨੂੰ ਸੁਣੀਏ। ਉਹਨਾਂ ਦੀ ਇੱਕ ਇਕਲੌਤੀ BBC 'ਤੇ ਇੰਟਰਵਿਊ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਕਵਿਤਾ ਨੂੰ ਜਦੋਂ ਗਾਇਆ ਗਜ਼ਲ ਨੂੰ ਹੈ ਨਾ, ਤਾਂ ਉਹ ਅੱਜ ਵੀ ਲੋਕ ਸੁਣਦੇ ਨੇ ਉਸ ਚੀਜ਼ ਨੂੰ। ਤਾਂ ਤੁਹਾਨੂੰ ਲੱਗਦਾ ਵੀ ਉਹ ਕਵੀ ਜਿਹੜੇ ਆਪਦੀ ਕਵਿਤਾ ਨੂੰ ਬਹੁਤ ਜ਼ਿਆਦਾ ਸੋਹਣਾ ਕਹਿੰਦੇ ਆ, ਜਾਂ ਜਿਨ੍ਹਾਂ ਕੋਲੇ ਕਵਿਤਾ ਕਹਿਣ ਦਾ ਬਹੁਤ ਖੂਬਸੂਰਤ ਲਹਿਜ਼ਾ ਹੈ ਨਾ, ਉਹ ਚੰਗਾ ਲਿਖਣ ਵਾਲਿਆਂ ਨਾਲੋਂ ਵੀ ਜ਼ਿਆਦਾ ਛੇਤੀ ਲੋਕਾਂ ਦੇ ਦਿਲਾਂ 'ਚ ਘਰ ਬਣਾਉਂਦੇ ਨੇ? ਕਿਉਂਕਿ ਬਹੁਤ ਸਾਰੇ ਕਵੀ ਸਾਡੇ ਇਹੋ ਜਿਹੇ ਵੀ ਨੇ ਜਿਹੜੇ ਕਵਿਤਾ ਲਿਖਦੇ ਬਹੁਤ ਸੋਹਣੀ ਨੇ ਪਰ ਉਹਨਾਂ ਨੂੰ ਕਹਿਣੀ ਨਹੀਂ ਆਉਂਦੀ। ਹਾਂਜੀ ਹਾਂਜੀ, ਲਹਿਜ਼ਾ ਵੀ ਫਰਕ ਪਾਉਂਦਾ। ਪਰ ਇੱਕ ਲਹਿਜ਼ੇ ਦਾ ਜਿਹੜਾ ਆਪਣੇ ਚੜ੍ਹਦੇ ਪੰਜਾਬ 'ਚ ਆ, ਉਹਦੀ ਵੱਡੀ ਵਜ੍ਹਾ ਅਤੇ ਵੱਡਾ ਕਾਰਨ ਇਹ ਆ ਕਿ ਉਰੇ ਮੁਸ਼ਾਇਰੇ ਨਹੀਂ ਹੁੰਦੇ ਉਸ ਲੈਵਲ ਦੇ। ਉਰਦੂ ਦੇ ਮੁਕਾਬਲੇ ਉਹ ਮੁਸ਼ਾਇਰੇ ਨਹੀਂ ਹੈਗੇ, ਜਾਂ ਲਹਿੰਦੇ ਪੰਜਾਬ ਦੇ ਮੁਕਾਬਲੇ ਨਹੀਂ, ਚੜ੍ਹਦੇ ਪੰਜਾਬ 'ਚ ਆਪਣੇ ਲਹਿੰਦੇ ਪੰਜਾਬ ਦੇ ਮੁਕਾਬਲੇ ਨਹੀਂ ਹੈਗੇ। ਉੱਥੇ ਪਿੰਡਾਂ ਦੇ ਵਿੱਚ ਦੇਖੋ ਤੁਸੀਂ, ਸਾਬਰ ਅਲੀ ਹੋਣੀ ਪਿੰਡਾਂ ਦੇ ਵਿੱਚ ਜਾਂ ਆਮ ਆਵਾਮ ਸੁਣ ਰਹੀ ਆ ਉਹਨਾਂ ਨੂੰ। ਆਪਣੇ ਹੁੰਦਾ ਕਿ ਜੇ ਹੁੰਦਾ ਮੁਸ਼ਾਇਰਾ ਵੀ ਕੋਈ ਕਾਵਿ ਸੰਮੇਲਨ, ਤਾਂ ਜੇ 60 ਬੰਦੇ ਬੋਲ ਰਹੇ ਆ ਤਾਂ 60 'ਚ ਇੱਕ ਬੋਲ ਰਿਹਾ ਤੇ ਬਾਕੀ ਵੀ ਕਵੀ ਹੁੰਦੇ ਆ ਸਾਰੇ, ਕਵੀ ਹੁੰਦੇ ਆ ਜਾਂ ਸਰੋਤਾ ਨਹੀਂ ਹੁੰਦਾ ਕੋਈ। ਤੇ ਉਹ ਆਪਣੀ ਵਾਰੀ ਦੀ ਇੰਤਜ਼ਾਰ ਕਰ ਰਹੇ ਹੁੰਦੇ। ਮੈਂ ਕਾਫੀ ਚੀਜ਼ਾਂ ਦੇਖੀਆਂ ਇੱਦਾਂ ਦੀਆਂ। ਜਾਂ ਤਾਂ ਉਸ ਲੈਵਲ 'ਤੇ ਜੇ ਮੁਸ਼ਾਇਰੇ ਹੋਣਗੇ, ਇੱਕ ਪਲੇਟਫਾਰਮ ਹੋਊਗਾ, ਤਾਂ ਖੁਦ ਬ ਖੁਦ ਇੱਕ ਕਹਿਣ ਦੇ ਅੰਦਾਜ਼ ਅਤੇ ਲਹਿਜ਼ੇ ਦੇ ਵਿੱਚ ਫਰਕ ਆਊਗਾ। ਹਾਲੇ ਜਿਹੜੇ ਮੁੰਡੇ ਲਿਖ ਰਹੇ ਨੇ ਉਹਨਾਂ ਨੂੰ ਤਕਰੀਬਨ ਇਹੋ ਨਹੀਂ ਹੁੰਦਾ ਵੀ ਅਸੀਂ ਬੋਲਾਂਗੇ ਸਟੇਜ 'ਤੇ, ਕਿਉਂਕਿ ਉੱਦਾਂ ਦੇ ਮੁਸ਼ਾਇਰੇ ਨਹੀਂ ਹੋ ਰਹੇ। ਮੈਨੂੰ ਬਹੁਤੀ ਜ਼ਿਆਦਾ ਤਾਂ ਸ਼ਾਇਰੀ ਸਮਝ ਨਹੀਂ ਆਉਂਦੀ, ਪਰ ਜਦੋਂ ਮੇਰਾ ਕਦੀ ਮਨ ਕਰਦਾ ਤਾਂ ਮੈਂ ਪਾਕਿਸਤਾਨ ਦੇ ਸ਼ਾਇਰ ਨੇ ਤਹਿਜੀਬ ਹਾਫੀ ਹੈ ਨਾ, ਉਹਨਾਂ ਨੂੰ ਸੁਣਦੀ ਹਾਂ। ਉਹਨਾਂ ਦੀ ਮੈਨੂੰ ਪੇਸ਼ਕਾਰੀ ਬਹੁਤ ਕਮਾਲ ਦੀ ਲੱਗਦੀ ਆ। ਅਤੇ ਦੂਜਾ ਸ਼ਬਦ ਐਵੇਂ ਦੇ ਹੁੰਦੇ ਆ ਵੀ ਮੈਨੂੰ ਸਮਝ ਆ ਜਾਂਦੇ ਨੇ, ਉਹਨਾਂ ਦੀ ਸ਼ਾਇਰੀ ਹੈ ਨਾ ਸਮਝ ਆ ਜਾਂਦੀ ਆ। ਅਤੇ ਤੁਸੀਂ ਕਿਸ ਕਿਸਮ ਦੇ ਕਵੀ ਹੋ? ਉਹ ਕਵੀ ਹੋ ਜੋ ਲਿਖ ਸੋਹਣਾ ਸਕਦਾ, ਜਾਂ ਉਹ ਕਵੀ ਹੋ ਜੋ ਕੱਲ੍ਹ ਨੂੰ ਉਹਨੂੰ ਬੋਲ ਵੀ ਸੋਹਣਾ ਸਕਦਾ? ਕਿਉਂਕਿ ਮੈਂ ਇੱਕ ਵਾਰੀ ਤੁਹਾਨੂੰ ਸੁਣਿਆ ਹੋਇਆ ਸਟੇਜ 'ਤੇ ਬੋਲਦੇ ਹੈ ਨਾ, ਅਤੇ ਉੱਦਾਂ ਤੁਹਾਨੂੰ ਕੀ ਲੱਗਦਾ ਵੀ ਨਵਾਬ ਖਾਨ ਕਿਸ ਤਰ੍ਹਾਂ ਦੇ ਕਵੀ ਨੇ?
ਮੈਨੂੰ ਇਹ ਲੱਗਦਾ ਹੁੰਦਾ ਕਿ ਜੋ ਲਿਖਤ ਤੁਸੀਂ ਜਾਂ ਕਿਰਤ ਲਿਖੀ ਉਹਦੇ ਅਨੁਸਾਰ ਹੀ ਤੁਹਾਡਾ ਬੋਲਣ ਦਾ ਢੰਗ ਆ ਜਿਹੜਾ ਆਪਣੇ ਆਪ ਹੀ ਚੇਂਜ ਹੋ ਜਾਂਦਾ। ਜੇ ਕੋਈ ਚੜ੍ਹਦੀ ਕਲਾ ਦੀ ਚੀਜ਼ ਆ ਤੁਹਾਡੇ ਅੰਦਰ ਹਾਵ ਭਾਵ ਉਹੀ ਚੱਲ ਰਹੇ ਹੁੰਦੇ ਆ, ਸ਼ਬਦਾਂ ਦੀ ਪੇਸ਼ਕਾਰੀ ਤੇ ਉੱਦਾਂ ਦੀ ਹੋ ਜਾਂਦੀ ਆ। ਦੋਵੇਂ ਚੀਜ਼ਾਂ ਦਾ ਇੱਕ ਤਾਲਮੇਲ ਜਿਹਾ ਬਣਿਆ ਰਹਿੰਦਾ। ਕੋਈ ਕਵਿਤਾ ਤੁਸੀਂ ਚਾਹੋਗੇ ਸੁਣਾਉਣੀ? ਮਤਲਬ ਮੈਂ ਚਾਹੁੰਦੀ ਹਾਂ ਵੀ ਤੁਸੀਂ ਕੋਈ ਕਵਿਤਾ ਸਾਨੂੰ ਸੁਣਾਓ। ਹਾਂਜੀ, ਇੱਕ ਰਾਵੀ ਦੇ ਪਾਣੀ ਕਵਿਤਾ 'ਚ ਸੀ ਕਿ ਝੰਗ ਦਿਆਂ ਰਾਹਾਂ ਜਹੀ ਤੇਰੀ ਐ ਤਾਸੀਰ ਜਮਾ, ਚਾਕ ਤਾਂ ਨਹੀਂ ਜੋਗੀਆਂ ਦੇ ਦਰਦਾ, ਰਾਵੀ ਦਿਆਂ ਪਾਣੀਆਂ 'ਚ ਪੈਰ ਜਦੋਂ ਰੱਖਦੀਆਂ, ਤੱਕਾਂ ਪਰਛਾਵਾਂ ਤੇਰਾ ਤਰਦਾ, ਸਿੰਧ ਦਿਆਂ ਪਾਣੀਆਂ 'ਚ ਮਿਸ਼ਰੀ ਨੂੰ ਘੋਲ ਕੇ ਤੂੰ ਸੱਚੀ ਰੱਖ ਰੱਖਿਆ ਜ਼ੁਬਾਨ 'ਤੇ, ਜੇਲ੍ਹ ਮਦਾਬ ਪੜ੍ਹੇ ਸ਼ੇਰ ਹਜ਼ੂਰ ਅਸੀਂ ਸੁਣਿਆ ਕਿ ਤੇਰੀ ਮੁਸਕਾਨ 'ਤੇ, ਆਸ਼ਕ ਦੀ ਈਦ ਹੁੰਦੀ ਜਦੋਂ ਤੇਰੀ ਦੀਦ ਹੁੰਦੀ, ਆਸ਼ਕ ਦੀ ਈਦ ਹੁੰਦੀ ਜਦੋਂ ਤੇਰੀ ਦੀਦ ਹੁੰਦੀ, ਬੱਦਲ ਹੈ ਸੋਕਿਆਂ 'ਤੇ ਵਰਦਾ, ਰਾਵੀ ਦਿਆਂ ਪਾਣੀਆਂ 'ਚ ਪੈਰ ਜਦੋਂ ਰੱਖਦੀਆਂ, ਤੱਕਾਂ ਪਰਛਾਵਾਂ ਤੇਰਾ ਤਰਦਾ, ਚਨਾ ਦਿਆਂ ਨੀਰਾਂ ਜਿਹਾ ਮੱਥੇ 'ਤੇ ਜਲੌ ਹੈ ਤੇਰੇ, ਚਨਾ ਦਿਆਂ ਨੀਰਾਂ ਜਿਹਾ ਮੱਥੇ 'ਤੇ ਜਲੌ ਹੈ ਤੇਰੇ, ਕੇਸ ਤੇਰੇ ਲੰਮੜੇ ਵਿਆਸ ਤੋਂ, ਸਾਡੀਆਂ ਤਾਂ ਅਕਲਾਂ ਦੀ ਹੱਦ ਬੜੀ ਛੋਟੀ ਚੰਨਾ, ਤੂੰ ਤਾਂ ਪਰੇ ਸੋਚਦਾ ਆਕਾਸ਼ ਤੋਂ, ਚਿੱਤ ਕਰੇ ਉੱਚੀ ਦੇਣੇ ਤਾਰਿਆਂ ਤੋਂ ਪੁੱਛ ਲਵਾਂ, ਚਿੱਤ ਕਰੇ ਉੱਚੀ ਦੇਣੇ ਤਾਰਿਆਂ ਤੋਂ ਪੁੱਛ ਲਵਾਂ, ਹਾਕ ਮਾਰ ਪਤਾ ਤੇਰੇ ਘਰ ਦਾ, ਰਾਵੀ ਦਿਆਂ ਪਾਣੀਆਂ 'ਚ ਪੈਰ ਜਦੋਂ ਰੱਖਦੀਆਂ, ਤੱਕਾਂ ਪਰਛਾਵਾਂ ਤੇਰਾ ਤਰਦਾ। ਮਤਲਬ ਇਹ ਸਾਹਿਤਿਕ ਗਾਣੇ ਨੇ ਜਿਹੜੇ ਹਨਾ, ਇਹ ਹਾਂਜੀ ਮੈਨੂੰ ਲੱਗਦਾ ਹੁੰਦਾ ਜਦੋਂ ਆਪਾਂ ਸੁਣਦੇ ਆ ਨਾ, ਜਿੰਨਾ ਇਹ ਸਕੂਨ ਦਿੰਦੇ ਆ ਤਾਂ ਦੂਜੇ ਗੀਤ ਤੁਹਾਨੂੰ ਸੁਣ ਕੇ ਨਹੀਂ ਸਕੂਨ ਆਉਂਦਾ। ਬਿਲਕੁਲ। ਜਿਵੇਂ ਤੁਸੀਂ ਇਹ ਕਿਹਾ ਵੀ ਕਵਿਤਾ ਲਿਖਣਾ ਬਹੁਤ ਆਨੰਦ ਵਾਲੀ ਗੱਲ ਹੈ ਨਾ, ਤੇ ਤੁਸੀਂ ਮੈਨੂੰ ਪਤਾ ਤੁਸੀਂ ਆਨੰਦਿਤ ਮਹਿਸੂਸ ਕਰਦੇ ਹੋ ਉਸ ਚੀਜ਼ ਨੂੰ ਲੈ ਕੇ, ਕਿਉਂਕਿ ਤੁਹਾਡੇ ਸ਼ਬਦ ਬੋਲਦੇ ਨੇ ਨਾ। ਜਿਹੜਾ ਬੰਦਾ ਮੰਨ ਲਓ ਇਸ ਕਵਿਤਾ ਨੂੰ ਪੜ੍ਹ ਰਿਹਾ, ਉਹਨੂੰ ਵੀ ਓਨਾ ਹੀ ਆਨੰਦ ਆਊਗਾ ਜਿੰਨਾ ਤੁਹਾਨੂੰ ਲਿਖਣ ਵੇਲੇ ਮਹਿਸੂਸ ਹੁੰਦਾ। ਬਿਲਕੁਲ, ਕਿਉਂਕਿ ਜਿਸ ਅਵਸਥਾ ਵਿੱਚ ਤੁਸੀਂ ਵਿਚਰ ਕੇ ਉਹ ਕਵਿਤਾ ਆ ਰਹੀ ਆ, ਉਹੀ ਅਵਸਥਾ ਪਾਠਕ 'ਤੇ ਅਸਰ ਕਰੂਗੀ। ਜੇ ਕੁਝ ਤੁਸੀਂ ਬੌਧਿਕ ਤਲ ਤੋਂ ਲਿਖਿਆ ਤਾਂ ਬੌਧਿਕ ਤਲ 'ਤੇ ਜਾ ਕੇ ਅਸਰ ਕਰੂ, ਜੇ ਕੁਝ ਗਹਿਰਾਈਆਂ 'ਚ ਆਇਆ ਵਾ ਤਾਂ ਉੱਥੇ ਕਿ ਜਾ ਕੇ ਅਸਰ ਕਰੂਗਾ। ਪਰ ਇੱਕ ਦੌੜ ਜੀ 'ਚੋਂ ਨਿਕਲਣਾ ਲਾਜ਼ਮੀ ਆ। ਇੱਕ ਸੀ ਕਿ ਔਧ ਮੁੱਕ ਗਈ ਮਿਰਗ ਤ੍ਰਿਸ਼ਨਾ ਵਿੱਚ, ਜੋ ਨੇੜੇ ਸੀ ਸਮਝ ਗਿਆ ਦੂਰੀਆਂ ਨੇ, ਸਾਰੀ ਉਮਰ ਪਤਾ ਨਾ ਇਹ ਲੱਗਾ ਕਿ ਸਾਡੀ ਨਾਭੀ ਵਿੱਚ ਕਸਤੂਰੀਆਂ ਨੇ। ਹੁੰਦਾ ਸਾਰਾ ਕੁਝ ਅੰਦਰ ਆ, ਪਰ ਅਸੀਂ ਬਾਹਰਲੇ ਇੱਕ ਚਾਮ ਧਾਮ ਜਾਂ ਉਹ 'ਚ ਚਕਾ ਚਾਹੁੰਦੀ ਚਾਹਨਾ ਵਿਅਸਤ ਹੋ ਜਾਂਦੇ ਕਿ ਕਵਿਤਾ ਮਰ ਜਾਂਦੀ ਆ ਉੱਥੇ। ਇੱਕ ਬਹੁਤ ਵੱਡੀ ਅੱਜ ਕੱਲ੍ਹ ਇੱਕ ਚੀਜ਼ ਆ ਜਿਹੜੀ ਸਾਨੂੰ ਬਹੁਤ ਵਾਰ ਪੜ੍ਹਨ ਨੂੰ ਮਿਲਦੀ ਆ, ਵੀ ਮੇਰੀ ਕਿਤਾਬ ਦੇ 9ਵਾਂ ਐਡੀਸ਼ਨ ਆ ਜਿਹੜਾ ਉਹ ਛਪ ਕੇ ਆ ਗਿਆ ਨਾ। ਕੋਈ 5ਵਾਂ ਲਿਖਦਾ, ਕੋਈ 7ਵਾਂ ਲਿਖਦਾ, ਮਤਲਬ 12ਵੇਂ ਤੱਕ ਵੀ ਲੋਕ ਲਿਖਦੇ ਨੇ। ਜਦ ਕਿ ਜਦੋਂ ਤੁਸੀਂ ਸਾਹਿਤ 'ਚ ਖੁੱਭਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਵੀ ਸਿਰਫ ਬਚਿੰਤ ਕੌਰ ਹੋਣਾ ਦੀ ਕਿਤਾਬ ਪਗਡੰਡੀਆਂ, ਜਿਹਦਾ 12ਵਾਂ ਐਡੀਸ਼ਨ ਛਪ ਕੇ ਆਇਆ ਹੈ ਨਾ। ਜਦ ਕਿ ਉਹ ਕਿਤਾਬਾਂ ਸੀ ਜਿਨ੍ਹਾਂ ਦੇ 5,000 ਕਿਤਾਬ ਸੀ ਇੱਕ ਐਡੀਸ਼ਨ ਦੇ ਵਿੱਚ, ਤੇ ਹੁਣ 500 ਕਿਤਾਬ ਛਾਪ ਕੇ ਲੋਕ ਕਹਿ ਦਿੰਦੇ ਆ ਵੀ ਉਹ ਵਿਕ ਗਈ, ਉਸ ਤੋਂ ਬਾਅਦ ਮੇਰਾ 2nd ਐਡੀਸ਼ਨ ਆ ਗਿਆ। ਇਹਨਾਂ ਚੀਜ਼ਾਂ ਬਾਰੇ ਤੁਸੀਂ ਕਿਵੇਂ ਸੋਚਦੇ ਹੋ? ਕਿਉਂਕਿ ਤੁਹਾਡੀ ਵੀ ਕਿਤਾਬ ਆਈ ਆ 1000 ਕਿਤਾਬ ਦਾ ਐਡੀਸ਼ਨ ਆ ਹੈ ਨਾ, ਜਿਹਦੇ 'ਚੋਂ 700-800 ਵਿਕ ਚੁੱਕੀ ਆ। ਤਾਂ ਇਹ ਚੀਜ਼ ਵੀ ਮਤਲਬ ਕਿਤੇ ਨਾ ਕਿਤੇ ਡਰਾਉਂਦੀ ਆ ਵੀ ਫਲਾਣੇ ਲੇਖਕ ਦੇ ਤਾਂ 9ਵੇਂ ਐਡੀਸ਼ਨ ਆ ਗਿਆ, ਅੱਛਾ ਇੰਨੀਆਂ ਕਿਤਾਬਾਂ ਵਿਕ ਗਈਆਂ ਨੇ। ਉਹ ਇਹ ਹੁੰਦਾ ਕਿ ਤੁਸੀਂ ਆਪਣੀ ਇੱਕ ਹਉਮੈ ਜਿਹਨੂੰ ਸ਼ਾਂਤ ਕਰਨ ਲਈ ਵਰਤਦੇ ਹੁੰਦੇ ਹੋ। 250 ਕਿਤਾਬ ਦਾ ਐਡੀਸ਼ਨ ਜਾਂ 500 ਦਾ ਜਿਵੇਂ ਤੁਸੀਂ ਗੱਲ ਕਰੀ, ਮੈਨੂੰ ਲੱਗਦਾ ਹੁੰਦਾ ਵੀ ਠਹਿਰ ਜਾਵੇ, ਐਡੀਸ਼ਨ ਤਾਂ ਛਪਦੇ ਰਹਿਣਗੇ ਤੇ ਅਵਾਰਡਸ ਵੀ ਮਿਲਦੇ ਰਹਿਣਗੇ, ਪਰ ਤੁਸੀਂ ਕਵਿਤਾ ਦੀ ਉਮਰ ਕਿੱਥੋਂ ਲਿਆਓਗੇ? ਕਵਿਤਾ ਦੀ ਉਮਰ ਤਾਂ ਜੇ ਕਵੀ ਤੋਂ ਵੀ ਘੱਟ ਹੁੰਦੀ ਆ, ਫਿਰ ਐਡੀਸ਼ਨ ਵੀ ਕੋਈ ਮਾਇਨੇ ਨਹੀਂ ਰੱਖਦੇ ਉੱਥੇ। ਵੱਡੀ ਗੱਲ ਇਹ ਆ ਵੀ ਦੋਵੇਂ ਚੀਜ਼ਾਂ ਨਾਲੋਂ ਨਾਲ ਤਾਲਮੇਲ ਬਣਿਆ ਰਹੇ। ਐਡੀਸ਼ਨ ਵੀ ਜੇ ਆਉਂਦੇ ਆ ਤਾਂ ਠਹਿਰਦੀ ਵੀ ਰਹੇ ਗੱਲ, ਤੁਸੀਂ ਨਾ ਰਹੋ ਪਰ ਕਵਿਤਾ ਠਹਿਰ ਜਾਵੇ। ਮੇਰਾ ਇਹੀ ਹੁੰਦਾ ਧਿਆਨ ਇੱਧਰ ਵੀ, ਕੁਝ ਵੀ ਚੀਜ਼ਾਂ ਹੁੰਦੀਆਂ ਰਹਿਣ ਪਰ ਇੱਕ ਠਹਿਰ ਜਾਵੇ, ਇੱਕ ਸਮੇਂ ਜਿਹਦੇ ਵਿੱਚ ਗੱਲ ਠਹਿਰੇ। ਬਹੁਤ ਕਿਰਤਾਂ ਨੇ ਜਿਹੜੀਆਂ ਆਉਂਦੀਆਂ ਨੇ ਐਡੀਸ਼ਨ ਤਾਂ ਉਹਨਾਂ ਦੇ 20 ਵੀ ਕਹਿ ਦਿੰਦੇ ਆ, ਜਾਂ 30 ਵੀ ਛਪ ਗਏ ਜਾਂ 15, ਪਰ ਉਹ ਠਹਿਰਦੀ ਵੀ ਨਹੀਂ ਹੈਗੀ। ਹਾਲਾਂਕਿ ਤੁਸੀਂ ਕਿਸੇ ਕਾਲਜ ਨਹੀਂ ਠਹਿਰਦੀ ਉਹ। ਕਿਤਾਬ ਛਪ ਕੇ ਆ ਗਈ ਹੈ ਨਾ, ਇੱਕ ਤਾਂ ਮਤਲਬ ਕਿਤਾਬ ਲੋਕਾਂ ਤੱਕ ਪਹੁੰਚ ਰਹੀ ਆ। ਦੂਜੀ ਚੀਜ਼ ਇਹ ਆ ਵੀ ਕੱਲ੍ਹ ਨੂੰ ਤੁਹਾਨੂੰ ਕਿਤੋਂ ਵੀ ਸੱਦਾ ਆਉਂਦਾ, ਕਿਸੇ ਮੁਸ਼ਾਇਰੇ 'ਚ ਤੁਸੀਂ ਜਾਂਦੇ ਹੋ, ਤੁਸੀਂ ਸੋਹਣੀ ਕਵਿਤਾ ਬੋਲ ਲੈਂਦੇ ਹੋ, ਤਾਂ ਉਸ ਮਾਧਿਅਮ ਰਾਹੀਂ ਲੋਕਾਂ ਤੱਕ ਜਾਊਗੀ, ਸੁਣਨ ਵਾਲਿਆਂ ਤੱਕ। ਹੋਰ ਇਸ ਤੋਂ ਇਲਾਵਾ ਕਿਵੇਂ ਤੁਸੀਂ ਸੋਚਦੇ ਹੋ ਵੀ ਕਿਤਾਬ ਨੂੰ ਵੱਧ ਤੋਂ ਵੱਧ ਲੋਕਾਂ ਕੋਲ ਪਹੁੰਚਾਇਆ ਜਾ ਸਕਦਾ, ਤੁਹਾਡੀ ਕਵਿਤਾ, ਤੁਹਾਡੀਆਂ ਲਿਖਤਾਂ ਨੂੰ? ਹਾਂਜੀ, ਇੱਕ ਤਾਂ ਇਹ ਸੀ ਵੀ ਇੱਕ ਵਾਰ ਕਿਤਾਬ ਤਕਰੀਬਨ ਸਾਰੇ ਬੁੱਕ ਸਟੋਰ 'ਤੇ ਅਵੇਲੇਬਲ ਹੋਵੇ। ਹੁਣ ਸਾਰੇ ਬੁੱਕ ਸਟੋਰ 'ਤੇ ਅਵੇਲੇਬਲ ਹੈਗੀ ਆ ਹਰ ਸ਼ਹਿਰ 'ਚ। ਅਤੇ ਦੂਸਰਾ ਹੁੱਕ ਟੂ ਬੁੱਕ 'ਤੇ ਵੀ, ਐਮਾਜ਼ੋਨ 'ਤੇ ਵੀ 1 ਜਾਂ 2 ਦਿਨ 'ਚ ਆ ਜਾਊਗੀ। ਕੁਝ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਅੱਜ ਕੱਲ੍ਹ ਸੋਸ਼ਲ ਨੈਟਵਰਕਿੰਗ ਦਾ ਜ਼ਮਾਨਾ, ਜੇ ਤੁਸੀਂ ਕੋਈ ਵੀ ਇੱਕ ਪਾ ਦਿੰਦੇ ਹੋ ਪੋਸਟ ਤਾਂ ਫੈਲ ਜਾਣੀ ਹੁੰਦੀ ਆ, ਚਲੀ ਜਾਣੀ ਹੁੰਦੀ ਆ ਲੋਕਾਂ ਤੱਕ।
ਤੇ ਕੁਝ ਕੁ ਚੀਜ਼ਾਂ ਇਹ ਨੇ ਕਿ ਇਹਦੇ ਵਿੱਚੋਂ ਆਉਣ ਵਾਲੇ ਸਮੇਂ 'ਚ ਰਿਕਾਰਡ ਕਰ ਰਹੇ ਹਾਂ ਕੁਝ ਚੀਜ਼ਾਂ ਕਿਤਾਬ 'ਚੋਂ। ਇੱਕ ਜੀਵੇ ਪੰਜਾਬ ਨਾਲ ਕੁਝ ਕੁ ਗੀਤ ਕਰ ਰਹੇ ਹਾਂ ਤੇ ਬਾਈ ਗੁਰਸ਼ਬਦ ਉਹਨਾਂ ਨਾਲ ਨੇ ਕੁਝ ਗੀਤ। ਹਾਂਜੀ। ਤਕਰੀਬਨ ਸਮੇਂ-ਸਮੇਂ ਤੇ ਬਣੀਆਂ ਵੀ ਹਨ ਚੀਜ਼ਾਂ ਆਈ ਜਾਣਗੀਆਂ। ਜਦੋਂ ਆਪਾਂ ਇੰਟਰਵਿਊ ਖਤਮ ਕਰਦੇ ਹੁੰਦੇ ਹਾਂ ਤਾਂ ਥੱਲੇ ਬਹੁਤ ਸਾਰੇ ਲੋਕ ਇੰਟਰਵਿਊ ਦੇਖਣ ਤੋਂ ਬਾਅਦ ਕਮੈਂਟਸ ਕਰਦੇ ਹੁੰਦੇ ਆ ਵੀ ਕਿਹੜੇ ਸਟੋਰ 'ਤੇ ਕਿਤਾਬ ਹੈਗੀ ਆ ਜਦੋਂ ਜੇ ਅਸੀਂ ਇਹਨੂੰ ਖਰੀਦਣਾ ਚਾਹੀਏ। ਤਾਂ ਜਿਵੇਂ ਪਟਿਆਲਾ ਜਿੱਥੋਂ ਮੈਂ ਲੈ ਕੇ ਆਈ ਹੈ ਨਾ, ਗ੍ਰੇਸ਼ੀਅਸ ਵਾਲਿਆਂ ਕੋਲ ਸੀ, ਫਿਰ ਸ਼ਾਹ ਕਿਤਾਬ ਘਰ ਜਿਹੜਾ ਉਹਨਾਂ ਕੋਲੇ। ਉਸ ਤੋਂ ਇਲਾਵਾ ਜਿਵੇਂ ਜਿਹੜੇ ਲੋਕ ਹੋਰ ਨੇ ਜਿਹੜੇ ਇਸ ਕਿਤਾਬ ਨੂੰ ਖਰੀਦਣਾ ਚਾਹੁੰਦੇ ਆ ਤੇ ਕਿੱਥੇ ਕਿਤਾਬ ਜਿਹੜੀ ਉਪਲਬਧ ਹੈ? ਹਾਂਜੀ, ਮੈਂ ਉਹ ਆਪਣੇ ਅਕਾਊਂਟ 'ਤੇ ਸੋਸ਼ਲ ਨੈਟਵਰਕਿੰਗ ਦੇ ਅਕਾਊਂਟ 'ਤੇ ਸਾਰਾ ਇੱਕ ਡਿਟੇਲ ਪੂਰੀ ਸਾਂਝੀ ਕਰੀ ਵੀ ਤੁਸੀਂ ਕਿੱਥੋਂ ਤੇ ਕਿਵੇਂ ਪ੍ਰਾਪਤ ਕਰ ਸਕਦੇ ਹੋ। ਬੁੱਕ ਸਟੋਰਾਂ ਦੀ ਵੀ ਉਹ 'ਚ ਡਿਟੇਲ ਹੈ ਤੇ ਆਨਲਾਈਨ ਵੀ ਡਿਟੇਲ ਹੈ। ਅੱਛਾ ਜੀ। ਸੋਸ਼ਲ ਮੀਡੀਆ 'ਤੇ ਲੋਕ ਤੁਹਾਨੂੰ ਲੱਭਣਾ ਚਾਹਣ? ਸੋਸ਼ਲ ਮੀਡੀਆ 'ਤੇ ਇੰਸਟਾਗ੍ਰਾਮ 'ਤੇ nawabkhan.clear ਜੀ, ਤੇ ਫੇਸਬੁੱਕ 'ਤੇ ਵੀ ਨਵਾਬ ਖਾਨ ਦੇ ਨਾਮ ਤੋਂ ਅਕਾਊਂਟ ਹੈਗਾ। ਹਾਂਜੀ। ਉੱਥੇ ਤੁਸੀਂ ਡਿਟੇਲ ਪੂਰੀ ਵੇਖ ਸਕਦੇ ਹੋ ਜਾ ਕੇ। ਤੇ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ 'ਚ ਜਿਵੇਂ ਤੁਸੀਂ ਹੁਣ ਤਾਂ ਚਲੋ ਕਵਿਤਾ ਦੀ ਕਿਤਾਬ ਆਈ ਹੈ, ਕਵਿਤਾ ਹੀ ਲਿਖੋਗੇ ਜਾਂ ਵਾਰਤਕ 'ਚ ਜਾਂ ਕਿਸੇ ਹੋਰ ਵਿਧਾ 'ਚ ਵੀ ਇੰਟਰਸਟ ਹੈਗਾ, ਦਿਲਚਸਪੀ ਹੈਗੀ ਆ, ਜਾਂ ਹੋਰ ਕਿੰਨਾ ਚੀਜ਼ਾਂ ਨੂੰ ਲੈ ਕੇ ਆ ਰਹੇ ਹੋ ਅਗਲੇ ਸਮੇਂ ਦੇ ਵਿੱਚ? ਹਾਂਜੀ, ਤੁਸੀਂ ਕਵਿਤਾ ਤੇ ਕਿਤਾਬ ਦੇ ਵਿੱਚ ਵੀ ਵਾਰਤਕ ਹੈ, ਵਾਰਤਕ ਤੇ ਪੋਇਟਰੀ ਮਿਕਸ। ਹਾਂਜੀ। ਤੇ ਆਉਣ ਵਾਲੇ ਸਮੇਂ 'ਚ ਕੁਝ ਗੀਤ ਕਰ ਰਹੇ ਹਾਂ, ਫਿਲਮਾਂ 'ਚ ਕੁਝ ਗੀਤ ਆ ਰਹੇ ਨੇ, ਰਿਕਾਰਡ ਹੋਏ ਕੁਝ ਬਣੇ ਪਏ ਨੇ, ਉਹ ਜਲਦੀ ਕਰਾਂਗੇ। ਬਾਕੀ ਕਵਿਤਾ ਦੇ ਨਾਲ ਮੇਰਾ ਇਹ ਹੁੰਦਾ, ਗੀਤਾਂ ਦਾ ਰੁਝਾਨ ਮੇਰਾ ਪਹਿਲਾਂ ਸੀ, ਕਵਿਤਾ ਉਸ ਤੋਂ ਬਾਅਦ ਸ਼ੁਰੂ ਹੋਈ। ਅੱਛਾ। ਕਵਿਤਾ ਦੇ ਨਾਲ ਕੁਝ ਗੀਤ ਜਾਂ ਵਾਰਤਕ ਵੀ ਸਾਰਾ ਕੁਝ ਚੱਲੀ ਜਾਂਦਾ। ਅਸੀਂ ਚਾਹਾਂਗੇ ਕਿ ਤੁਹਾਡੀ ਇਹ ਕਿਤਾਬ ਨੂੰ ਬਹੁਤ ਸਾਰੇ ਲੋਕ ਪੜ੍ਹਨ ਤੇ ਪੰਜਾਬੀ ਦੇ ਜਿਹੜੇ ਹਨ ਵੱਡੇ ਸ਼ਾਇਰ ਨੇ ਉਹਨਾਂ ਦੇ ਵਿੱਚ ਤੁਹਾਡਾ ਨਾਂ ਸ਼ੁਮਾਰ ਹੋਵੇ। ਤੇ ਹਮੇਸ਼ਾ ਲੋਕਾਂ ਨੂੰ ਉਡੀਕ, ਜਿੱਦਾਂ ਹੁਣ 2-3 ਸਾਲਾਂ ਤੋਂ ਉਡੀਕ ਸੀਗੀ ਕਿ ਨਵਾਬ ਦੀ ਕਿਤਾਬ ਕਦੋਂ ਆਏਗੀ, ਤਾਂ ਮੈਂ ਚਾਹੁੰਦੀ ਹਾਂ ਵੀ ਅਗਲੀ ਕਿਤਾਬ ਦੀ ਵੀ ਹਮੇਸ਼ਾ ਲੋਕਾਂ ਨੂੰ ਉਡੀਕ ਰਹੇ ਕਿ ਅੱਛਾ ਨਵਾਬ ਅਗਲੀ ਕਿਤਾਬ ਕਦੋਂ ਲਿਖ ਰਹੇ ਨੇ, ਹੈ ਨਾ। ਤੇ ਪਹਿਲਾਂ ਚਲੋ ਗੱਲ ਆਪਾਂ ਮਜ਼ਾਕ 'ਚ ਕੀਤੀ, ਪਰ ਸੱਚੀ ਸਾਨੂੰ ਪੜ੍ਹਨ ਨੂੰ ਮਿਲੇ ਵੀ ਤੁਹਾਡਾ 9ਵਾਂ ਐਡੀਸ਼ਨ ਆ ਜਿਹੜਾ ਛਪ ਕੇ ਆਇਆ ਤੇ ਉਹ ਵੀ ਲੋਕਾਂ ਨੇ ਪ੍ਰਵਾਨ ਕਰ ਲਿਆ। ਇਹ ਸਨ ਸਾਡੇ ਨਾਲ ਨਵਾਬ ਖਾਨ, ਨੌਜਵਾਨ ਸ਼ਾਇਰ ਨੇ। ਬਹੁਤ ਸਮੇਂ ਤੋਂ ਲੋਕਾਂ ਨੂੰ ਉਡੀਕ ਸੀ ਇਹਨਾਂ ਦੀ ਕਿਤਾਬ ਦੀ, ਤੇ ਇਹ ਕਿਤਾਬ ਅਕੀਦਤ ਜਿਹਨੂੰ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਇਹਨਾਂ ਦੀ ਛਪ ਕੇ ਆਈ ਆ। ਤੇ ਚਾਹੁੰਦੇ ਹਾਂ ਕਿ ਬਹੁਤ ਸਾਰੇ ਲੋਕ ਇਸ ਕਿਤਾਬ ਨੂੰ ਪੜ੍ਹਨ, ਕਿਉਂਕਿ ਇੱਕ ਸ਼ਾਇਰ ਜਦੋਂ ਕਿਤਾਬ ਲਿਖਦਾ ਹੈ ਤਾਂ ਉਹਨੂੰ ਹਮੇਸ਼ਾ ਉਸ ਕਿਤਾਬ ਦਾ ਜਿਹੜਾ ਰਿਸਪੌਂਸ ਆ ਇਸੇ ਰੂਪ ਵਿੱਚ ਪਹੁੰਚਦਾ ਜਦੋਂ ਉਹਨੂੰ ਪਤਾ ਲੱਗਦਾ ਕਿ ਉਹਦੀ ਕਿਤਾਬ ਵਿਕ ਰਹੀ ਆ ਤੇ ਲੋਕ ਪੜ੍ਹ ਰਹੇ ਨੇ। ਇਹ ਵੀ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ, ਜਿਨ੍ਹਾਂ ਨੂੰ ਸਾਹਿਤ ਨਾਲ ਪਿਆਰ ਆ, ਉਹਨਾਂ ਨੂੰ ਵੀ ਇਹ ਕਿਤਾਬ ਹੈ ਜਿਹੜੀ ਖਰੀਦ ਕੇ ਤੋਹਫੇ ਦੇ ਰੂਪ ਵਿੱਚ ਦਿਓ। ਤੇ ਬਹੁਤ ਸਾਰੀਆਂ ਦੁਆਵਾਂ ਨੇ ਨਵਾਬ ਖਾਨ ਲਈ ਸਾਡੇ ਵੱਲੋਂ। ਮੈਂ ਰੁਪਿੰਦਰ ਸੰਧੂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਸਤਿ ਸ਼੍ਰੀ ਅਕਾਲ।